ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਦਇਆਨਿਧ ਅੰਤਰਯਾਮੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮੁੱਲਾਂ ਨੂੰ ਉਪਦੇਸ਼ ਦਿੱਤਾ ਹੈ। ਮੌਲਵੀ ਨੂੰ ਉਪਦੇਸ਼ ਦੇ ਕੇ ਉਹਨੂੰ ਕਿਰਤਾਰਥ ਕੀਤਾ। ਉਹ ਸਮਝ ਗਿਆ ਕਿ ਤਾਂ ਆਪ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੰਸਾਰ ਵਿੱਚ ਆਏ ਹੋਏ, ਇਹ ਕੋਈ ਜਨ ਸਧਾਰਨ ਵਿਅਕਤੀ ਨਹੀਂ ਹਨ। ਜਾ ਕੇ ਨਵਾਬ ਦੌਲਤ ਖਾਨ ਨੂੰ ਦੱਸਿਆ, ਦੌਲਤ ਖਾਨ, ਮੈਂ ਆਪਣੀ ਕਰਨੀ ਤੇ ਪਛਤਾਉਂਦਾ ਹਾਂ ਕਿ ਮੈਂ ਪਖੰਡ ਕਰਨ ਉੱਥੇ ਗਿਆ ਸੀ, ਪਰ ਉਹਨਾਂ ਨੇ ਐਸਾ ਪਵਿੱਤਰ ਉਪਦੇਸ਼ ਦਿੱਤਾ ਹੈ, ਮੇਰਾ ਬਲਦਾ ਸੜਦਾ ਹਿਰਦਾ ਸ਼ਾਂਤ ਹੋ ਗਿਆ। ਮੈਂ ਉਹਨਾਂ ਦੇ ਚਰਨਾਂ ਦਾ ਮੁਰੀਦ ਹੋ ਗਿਆ, ਉਹ ਮੇਰੇ ਪੀਰਾਂ ਦੇ ਪੀਰ ਹਨ। ਦੌਲਤ ਖਾਨ ਕਹਿਣ ਲੱਗਾ, ਹੁਣ ਇਹਨਾਂ ਪੈਸਿਆਂ ਦਾ ਕੀ ਕਰੀਏ? ਮੂਲ ਚੰਦ ਵੀ ਪੈਸੇ ਮੰਗ ਰਿਹਾ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਫਕੀਰਾਂ ਨੂੰ ਦੇਣਾ। ਕਹਿਣ ਲੱਗੇ, ਜੀ ਆਪਾਂ ਜੈ ਰਾਮ ਨੂੰ ਸੱਦ ਲਈਏ, ਉਹਨੂੰ ਸੱਦ ਕੇ ਪੁੱਛੀਏ, ਜਿਹਨੂੰ ਕਹੇਗਾ ਉਹਨੂੰ ਪੈਸੇ ਦੇ ਦਿਆਂਗੇ। ਦੌਲਤ ਖਾਨ ਨੇ ਆਪਣਾ ਇੱਕ ਨਫਰ ਭੇਜਿਆ, ਭਾਈਏ ਜੈ ਰਾਮ ਨੂੰ ਸੱਦ ਕੇ ਲਿਆਇਆ। ਭਾਈਆ ਜੈ ਰਾਮ ਜੀ ਆਏ ਨੇ, ਗੱਲਬਾਤ ਹੋ ਰਹੀ ਹੈ, ਆਓ ਸੁਲਤਾਨਪੁਰ ਸਾਹਿਬ ਆਪਣਾ ਧਿਆਨ ਲੈ ਚੱਲੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਮਨ ਮਾਨੇ ਬੈਨ ਪੌਨ ਮਾਨਵ ਪਠਾ। ਕਹਿਣ ਲੱਗੇ ਉਸੇ ਵਕਤ ਇੱਕ ਬੰਦਾ ਭਾਈਆ ਜੈ ਰਾਮ ਜੀ ਨੂੰ ਬੁਲਾਉਣ ਲਈ ਭੇਜਿਆ। ਲੀਨੋ ਨਿਕਟ ਹਕਾਰ ਬੈਠ ਗਇਓ ਮਨ ਠਟਾ। ਭਾਈਆ ਜੈ ਰਾਮ ਜੀ ਉਹ ਆ ਗਏ। ਉਸੇ ਵੇਲੇ ਸੁਣਦਿਆਂ ਦੌਲਤ ਖਾਨ ਦਾ ਸੁਨੇਹਾ। ਦੌਲਤ ਖਾਨ ਕੋਲ ਆ ਕੇ ਸਲਾਮ ਕਰਕੇ ਬਹਿ ਗਏ। ਮਨ ਠੱਠਾ ਹੋਇਆ। ਭਾਈਏ ਜੈ ਰਾਮ ਦਾ ਜਿਹੜਾ ਮਨ ਹੈ, ਠਠਾ ਦਾ ਮਤਲਬ ਹੁੰਦਾ ਵੀ ਠੱਠਿਆ ਹੋਇਆ, ਮਨ ਵਿੱਚ ਨਮੋਸ਼ੀ ਹੈ, ਮਨ ਵਿੱਚ ਉਦਾਸੀ ਹੈ। ਆਨਨ ਭਨ ਹੀ ਖਾਨ ਜੋ ਨਾਨਕ ਧਨ ਆਹਾ। ਬੋਲਿਆ ਦੌਲਤ ਖਾਨ, ਕਹਿੰਦਾ ਜੈ ਰਾਮ ਜੀ ਦੱਸੋ, ਜੋ ਨਾਨਕ ਜੀ ਦਾ ਧਨ ਹੈ ਮੇਰੇ ਕੋਲ, ਉਹਨਾਂ ਦਾ ਵਾਧਾ ਮੇਰੇ ਕੋਲ 760 ਰੁਪਏ ਨਿਕਲਿਆ ਹੈ। ਹੋ ਤਿਹ ਕੀ ਬਿਦ ਕਿਆ ਕਰ ਹੈ, ਕਹੋ ਜੇ ਬਿਦ ਲਹਾ। ਦੱਸੋ ਉਹਦਾ ਕੀ ਕਰਨਾ? 760 ਰੁਪਏ ਜਿਹੜੇ ਉਹਨਾਂ ਦੇ ਮੇਰੇ ਕੋਲ ਨੇ, ਉਹਨਾਂ ਪੈਸਿਆਂ ਦਾ ਕੀ ਕਰਨਾ ਤੁਸੀਂ ਦੱਸੋ, ਕਿਉਂਕਿ ਤੁਸੀਂ ਵਿੱਚ ਵਿਚੋਲੇ ਹੋ, ਹਿਸਾਬ ਕਿਤਾਬ ਵੀ ਤੁਸੀਂ ਕੋਲ ਹੋ ਕੇ ਕਰਾਇਆ ਹੈ। ਤੁਸੀਂ ਗੁਰੂ ਨਾਨਕ ਸਾਹਿਬ ਨੂੰ ਇੱਥੇ ਮੇਰੇ ਕੋਲ ਲੈ ਕੇ ਆਏ ਸੀ, ਤੁਸੀਂ ਜ਼ਿੰਮੇਵਾਰ ਹੋ। ਇਹ ਦੱਸੋ ਕਿ ਇਹਨਾਂ ਪੈਸਿਆਂ ਦਾ ਹੁਣ ਕੀ ਕਰਨਾ ਚਾਹੀਦਾ ਹੈ? ਰਹਿਤ ਡਰਤ ਅਤ ਚਿਤ ਨਿਤ ਸਤ ਗੁਰੂ ਤੇ। ਜਦੋਂ ਦੌਲਤ ਖਾਨ ਨੇ ਏਦਾਂ ਪੁੱਛਿਆ ਨਾ, ਭਾਈਆ ਜੈ ਰਾਮ ਜੀ ਇੱਕਦਮ, ਉਹ ਤਾਂ ਪਹਿਲਾਂ ਹੀ ਸਤਿਗੁਰਾਂ ਤੋਂ ਬੜਾ ਭੈ ਰੱਖਦੇ ਸੀ। ਭਾਈਆ ਜੈ ਰਾਮ ਜੀ ਗੁਰਦੇਵ ਦੇ ਅਦਬ 'ਚ ਰਹਿੰਦੇ ਸੀ, ਭੈ 'ਚ ਰਹਿੰਦੇ ਸੀ। ਭਾਵੇਂ ਦੁਨਿਆਵੀ ਰਿਸ਼ਤੇ ਕਰਕੇ ਮਹਾਰਾਜ ਜੀ ਤੋਂ ਵੱਡੇ ਸਨ ਭਾਈਆ ਜੈ ਰਾਮ ਜੀ, ਪਰ ਸਤਿਗੁਰਾਂ ਦਾ ਭੈ ਰੱਖਦੇ ਸੀ ਮਨ 'ਚ, ਹਮੇਸ਼ਾ ਚਿੱਤ ਵਿੱਚ ਸਤਿਗੁਰਾਂ ਤੋਂ ਡਰਦੇ ਹਨ। ਇਤ ਮੂਲੇ ਤੇ ਡਰਤ ਕਠਨ ਦਿਸ਼ ਦੁਹੂ ਤੇ। ਉਧਰੋਂ ਸਤਿਗੁਰਾਂ ਦਾ ਭੈ ਹੈ, ਜਿਹੜਾ ਗੁਰਦੇਵ ਦਾ ਭੈ ਉਹ ਨਿਰਮਲ ਭੈ ਹੈ। ਖਾਲਸਾ ਜੀ ਡਰ ਵਿੱਚ ਵੀ ਫਰਕ ਹੁੰਦਾ ਹੈ। ਇੱਕ ਡਰ ਐਸਾ ਹੁੰਦਾ ਜਿਸ ਡਰ ਦੇ ਵਿੱਚ ਗੁਰੂ ਨਾਲ ਪ੍ਰੇਮ ਜਾਗਦਾ ਹੈ। ਇੱਕ ਡਰ ਐਸਾ ਹੁੰਦਾ ਜਿਹੜਾ ਕਿਸੇ ਦੀ ਦਹਿਸ਼ਤ ਨਾਲ ਹੁੰਦਾ ਹੈ, ਕਿਸੇ ਜਰਵਾਣੇ ਦਾ ਡਰ ਹੁੰਦਾ ਹੈ, ਕਿਸੇ ਜ਼ਾਲਮ ਦਾ ਡਰ ਹੁੰਦਾ ਹੈ। ਉਹ ਡਰ ਮਨੁੱਖ ਦੀ ਜਿਹੜੀ ਬੁੱਧੀ ਆ ਉਹਦੇ ਉੱਤੇ ਅੰਕੁਸ਼ ਲਾ ਦਿੰਦਾ, ਉਹਨੂੰ ਸੋਚਣ ਸਮਝਣ ਦੀ ਸ਼ਕਤੀ ਖਤਮ ਕਰ ਦਿੰਦਾ ਡਰ। ਉਧਰ ਸਤਿਗੁਰਾਂ ਦਾ ਵੀ ਡਰ ਹੈ ਭਾਈਏ ਜੈ ਰਾਮ ਨੂੰ, ਇੱਧਰ ਮੂਲ ਚੰਦ ਤੋਂ ਵੀ ਡਰ ਹੈ ਵੀ ਜੇ ਮੈਂ ਕਿਹਾ ਵੀ ਗੁਰੂ ਸਾਹਿਬ ਜੀ ਨੂੰ ਪੈਸੇ ਉਹਨਾਂ ਨੇ ਜਿਵੇਂ ਕਿਹਾ ਉੱਦਾਂ ਕਰੋ, ਤੇ ਮੂਲ ਚੰਦ ਨੇ ਮੇਰੇ ਨਾਲ ਕਲੇਸ਼ ਪਾਉਣਾ, ਉਹਦਾ ਕਲੇਸ਼ੀ ਬੜਾ। ਤੇ ਜੇ ਕਹਾਂਗਾ ਵੀ ਮੂਲ ਚੰਦ ਨੂੰ ਦੇ ਦਿਓ, ਤੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਖੁਸ਼ੀ ਨਹੀਂ ਮਿਲਣੀ।
ਭਾਈਆ ਜੈ ਰਾਮ ਜੀ ਬੜੇ ਦੁਚਿੱਤੀ ਵਿੱਚ ਹਨ ਕਿ ਹੁਣ ਮੈਂ ਕੀ ਕਹਾਂ ਤੇ ਕੀ ਕਰਾਂ। ਉਰ ਮਹਿ ਕਰਤ ਵਿਚਾਰ ਨਾ ਮੁਖ ਤੇ ਕਹਿਤ ਹੈ। ਹਿਰਦੇ 'ਚ ਵਿਚਾਰ ਕਰਕੇ ਜੈ ਰਾਮ ਜੀ ਕੁਝ ਨਹੀਂ ਬੋਲੇ, ਕੁਝ ਨਹੀਂ ਆਖਦੇ। ਹੋ ਬੈਠਿਓ ਤੂਸ਼ਨ ਠਾਨ ਨਾ ਕਛ ਬਿਦ ਲੈਤ ਹੈ। ਬਿਲਕੁਲ ਚੁੱਪ ਕਰਕੇ ਬੈਠ ਗਏ, ਕੁਝ ਨਹੀਂ ਬੋਲਦੇ। ਮਨ ਵਿੱਚ ਵੀ ਇਸੇ ਤਰ੍ਹਾਂ ਸ਼ਾਂਤ ਹੋ ਕੇ ਵੀ ਹੁਣ ਕੀ ਕਰਾਂ ਏਦਾਂ ਸੋਚੀ ਜਾਂਦੇ ਨੇ। ਖਾਨ ਬਖਾਨਤ ਬੈਨ ਜੈ ਰਾਮ ਕਹੈ ਨਾ ਕਿਉ। ਜਦੋਂ ਜੈ ਰਾਮ ਜੀ ਕੁਝ ਨਹੀਂ ਬੋਲੇ ਤੇ ਦੌਲਤ ਖਾਨ ਬੋਲਿਆ, ਕਹਿੰਦਾ ਜੈ ਰਾਮ ਤੂੰ ਬੋਲਦਾ ਨਹੀਂ, ਮੈਂ ਤੈਨੂੰ ਕੁਝ ਪੁੱਛਿਆ, ਤੂੰ ਕੋਈ ਹਾਂ ਨਾ ਦਾ ਕੋਈ ਜਵਾਬ ਨਹੀਂ ਦਿੰਦਾ, ਕੁਝ ਤਾਂ ਕਹਿ ਵੀ ਮੈਂ ਹੁਣ ਕੀ ਕਰਾਂ। ਜਿਹ ਬਿਦ ਬਦ ਹੈ ਬਦਨ ਸੋ ਬਿਦ ਧਨ ਤਿਨ ਹੈ ਦਿਓ। ਜਿਵੇਂ ਤੂੰ ਕਹੇਗਾ ਮੈਂ ਇਹ ਸਾਰੀ ਜ਼ਿੰਮੇਵਾਰੀ ਤੇਰੇ ਸਿਰ ਤੇ ਦਿੱਤੀ, ਜਿਵੇਂ ਤੂੰ ਆਖੇਗਾ ਮੈਂ ਉਵੇਂ ਕਰਾਂਗਾ, ਜਿਹਨੂੰ ਕਹੇਗਾ ਉਹਨੂੰ ਇਹ ਮੈਂ ਪੈਸੇ ਧਨ ਦੇ ਦੇਵਾਂਗਾ। ਧਨ ਨਿਜ ਸਦਨ ਨਾ ਧਰੋ ਧਰਮ ਨਿਧਨੋ ਨਹੀਂ। ਕਿਉਂਕਿ ਇਹ ਧਨ ਦੇ ਉੱਤੇ ਮੇਰਾ ਹੱਕ ਨਹੀਂ। ਵੇਖੋ ਇਹ ਦੌਲਤ ਖਾਨ ਦੀ ਵੀ ਇਮਾਨਦਾਰੀ ਹੈ। ਕਹਿੰਦਾ ਇਹ ਮੇਰੇ ਲਈ ਬਗਾਨਾ ਪੈਸਾ ਹੈ, ਇਹ ਪੈਸਾ ਇਹ ਧਨ ਮੈਂ ਆਪਣੇ ਘਰ ਨਹੀਂ ਜੇ ਰੱਖਣਾ ਬਹੁਤਾ ਲੰਮਾ ਸਮਾਂ। ਇਹ ਗੁਰੂ ਜੀ ਦੀ ਅਮਾਨਤ ਹੈ, ਤੁਹਾਡਾ ਪੈਸਾ ਹੈ, ਤੁਸੀਂ ਦੱਸੋ ਵੀ ਮੈਂ ਕਿਹਨੂੰ ਦਿਆਂ। ਜਿਹਨੂੰ ਤੂੰ ਕਹੇਗਾ ਉਹਨੂੰ ਮੈਂ ਦੇ ਦੇਵਾਂਗਾ। ਹੋ ਬੂਝਨ ਤੁਝ ਕੋ ਕੀਨ ਸਮਝ ਭਨੀਏ ਸਹੀ। ਮੈਂ ਤੈਨੂੰ ਪੁੱਛਿਆ, ਤੂੰ ਜ਼ਿੰਮੇਵਾਰ ਹੈ, ਤੂੰ ਪਰਿਵਾਰ ਦਾ ਮੈਂਬਰ ਹੈ ਸਤਿਗੁਰਾਂ ਦਾ, ਤੇ ਇਸ ਕਰਕੇ ਜਿਵੇਂ ਤੈਨੂੰ ਮੈਂ ਪੁੱਛ ਰਿਹਾ ਉਹਦੇ ਮੁਤਾਬਕ ਮੈਨੂੰ ਜਵਾਬ ਦਿਓ। ਸੁਨੋ ਖਾਨ ਜੀ ਕਾਨ ਜੋ ਨਿਜ ਮਨ ਠਾਨਿਆ। ਸੁਣ ਕੇ ਜੈ ਰਾਮ ਜੀ ਬੋਲੇ, ਕਹਿਣ ਲੱਗੇ ਦੌਲਤ ਖਾਨ ਜੀ ਨਵਾਬ ਜੀ ਸੁਣੋ ਜੋ ਮੈਂ ਮਨ ਚ ਸੋਚਿਆ। ਤਸ ਬਿਦ ਕਰੀਏ ਦਰਬ ਆਪ ਬੁੱਧਵਾਨਿਆ। ਵੀ ਮੈਂ ਕੁਝ ਨਹੀਂ ਕਹਿ ਸਕਦਾ, ਤੁਸੀਂ ਉਹ ਨਵਾਬ ਸ਼ਹਿਰ ਦੇ ਹੋ, ਸੁਲਤਾਨਪੁਰ ਸਾਹਿਬ ਦੇ ਇਲਾਕੇ ਦੇ ਹੋ ਰਾਜੇ। ਰਾਜੇ ਦਾ ਮਨ ਹੁਣ ਜਿੱਧਰ ਕਰਦਾ ਉਹ ਆਪਣੀ ਮਰਜ਼ੀ ਕਰੇ। ਤੁਹਾਡਾ ਮਨ ਕਿਹਨੂੰ ਦੇਣ ਨੂੰ ਕਰਦਾ, ਫਕੀਰਾਂ ਨੂੰ ਦੇਣਾ ਕਿ ਬਾਬੇ ਮੂਲ ਚੰਦ ਨੂੰ ਦੇਣਾ, ਉਹ ਤੁਹਾਡੇ ਤੇ ਹੈ। ਨਵਾਬ ਸਾਹਿਬ ਉਹ ਤੁਸੀਂ ਵੇਖੋ ਕਿ ਤੁਸੀਂ ਇਹ ਧਨ ਕਿਸ ਨੂੰ ਦੇਣਾ। ਕਿਦੋਂ ਹਿਰਦੇ ਸੰਦੇਹ ਦੇਨ ਕੋ ਧਾਰਿਆ। ਤੁਸੀਂ ਆਪਣੇ ਮਨ ਦੇ ਵਿੱਚ ਕੋਈ ਸੰਦੇਹ ਰੱਖਿਆ ਹੀ ਹੋਣਾ ਨਾ ਵੀ ਮੈਂ ਦੇ ਦਿਆਂ ਇਹਨਾਂ ਨੂੰ, ਮੂਲ ਚੰਦ ਨੂੰ ਦੇ ਦਿਆਂ ਜਾਂ ਫਿਰ ਫਕੀਰਾਂ ਨੂੰ ਦਾਨ ਕਰ ਦਿਆਂ। ਕੁਝ ਨਾ ਕੁਝ ਤਾਂ ਕਿਤੇ ਤਾਂ ਝੁਕਾ ਹੋਇਆ ਹੋਵੇਗਾ ਨਾ, ਮਨ ਦਾ ਕੋਈ ਨਾ ਕੋਈ ਖਿਆਲ ਤਾਂ ਬਣਿਆ ਹੀ ਹੋਵੇਗਾ। ਹੋ ਨਾਨਕ ਨਿਕਟ ਤੁਮਾਰ ਬੂਝ ਕਰ ਕਾਰਿਆ। ਤੇ ਜੇ ਤੁਹਾਡੇ ਮਨ 'ਚ ਸੰਸਾ ਹੈ ਵੀ ਕਿਹਨੂੰ ਦਿਆਂ, ਨਹੀਂ ਤੁਹਾਨੂੰ ਸਮਝ ਪਈ ਆਉਂਦੀ, ਤੇ ਫਿਰ ਜਿਨ੍ਹਾਂ ਦੇ ਪੈਸੇ ਨੇ ਉਹ ਕਿਹੜਾ ਕਿਤੇ ਗਏ ਨੇ, ਇੱਥੇ ਹੀ ਨੇ ਸ਼ਹਿਰ 'ਚ, ਸ਼ਮਸ਼ਾਨ ਭੂਮੀ 'ਚ ਬੈਠੇ ਐ। ਧੰਨ ਗੁਰੂ ਨਾਨਕ ਸਾਹਿਬ ਇੱਥੇ ਕੋਲ ਹੀ ਨੇ, ਤੇ ਨਵਾਬ ਸਾਹਿਬ ਉਹਨਾਂ ਨੂੰ ਸੱਦ ਕੇ ਬੁਲਾ ਕੇ ਉਹਨਾਂ ਨੂੰ ਹੀ ਪੁੱਛ ਲਓ ਜਿਨ੍ਹਾਂ ਦੇ ਪੈਸੇ ਨੇ, ਜਿਹੜੇ ਮਾਲਕ ਨੇ, ਵੀ ਨਾ ਮੈਂ ਮਾਲਕ ਆ ਨਾ ਤੁਸੀਂ ਮਾਲਕ ਹੋ ਇਹਨਾਂ ਪੈਸਿਆਂ ਦੇ। ਜਿਹੜੇ ਮਾਲਕ ਨੇ ਉਹਨਾਂ ਨੂੰ ਸੱਦ ਲਓ, ਉਹਨਾਂ ਨੂੰ ਬੁਲਾ ਕੇ ਪੁੱਛ ਲਓ। ਸੁਨੀ ਖਾਨ ਨੇ ਕਾਨ ਪੁਮਾਨਹਿ ਪਠ ਦਿਆ। ਦੌਲਤ ਖਾਨ ਕਹਿੰਦਾ ਇਹ ਵੀ ਗੱਲ ਠੀਕ ਹੈ। ਉਸੇ ਵੇਲੇ ਦੌਲਤ ਖਾਨ ਨੇ ਆਪਣਾ ਇੱਕ ਨੌਕਰ ਭੇਜਿਆ। ਨਾਨਕ ਆਨ ਹਕਾਰ ਗਇਓ ਟਿਕ ਨਿਦਮਇਆ। ਉਹਨੂੰ ਆਖਿਆ ਵੀ ਜਾ ਗੁਰੂ ਨਾਨਕ ਸਾਹਿਬ ਨੂੰ ਸੱਦ ਕੇ ਲਿਆ ਮੇਰੇ ਕੋਲ। ਉਹ ਨੌਕਰ ਗਿਆ ਬੜੀ ਛੇਤੀ ਨਾਲ, ਜਿੱਥੇ ਮਾਇਆ ਨਿਧਾਨ ਕਿਰਪਾ ਨਿਧਾਨ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਹਨ। ਪੈਸੇ ਥਾਨ ਮਸਾਨ ਨ ਮਾਨਵ ਕੋ ਜਹਾਂ। ਮਹਾਰਾਜ ਜੀ ਸ਼ਮਸ਼ਾਨ ਭੂਮੀ 'ਚ ਬੈਠੇ ਆ, ਚੌਂਕੜਾ ਲਾਈ, ਕੋਈ ਬੰਦਾ ਨਹੀਂ ਸਤਿਗੁਰਾਂ ਕੋਲ, ਬਿਲਕੁਲ ਇਕਾਂਤ ਵਿੱਚ ਇਕੱਲੇ ਬੈਠੇ ਹਨ। ਹੋ ਜਿਸ ਕਰੁਣਾ ਤੇ ਨਾਸ਼ ਤਾਪ ਤ੍ਰੈ ਸੁਖ ਮਹਾ। ਐਸੇ ਨੇ ਸਤਿਗੁਰੂ ਜੀ ਜਿਨ੍ਹਾਂ ਦੀ ਕਿਰਪਾ ਨਾਲ ਤਿੰਨੇ ਤਾਪਾਂ ਦਾ ਨਾਸ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਕੈਸੇ ਨੇ, ਜਿਨ੍ਹਾਂ ਦੀ ਕਿਰਪਾ ਨਾਲ, ਜਿਨ੍ਹਾਂ ਦੀ ਦਇਆ ਨਾਲ ਤਿੰਨੇ ਤਾਪ ਨਿਰਵਿਰਤ ਹੋ ਜਾਂਦੇ ਹਨ। ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ। ਤਿੰਨਾਂ ਤਾਪਾਂ ਨੂੰ, ਤ੍ਰੈ ਤਾਪਾਂ ਨੂੰ ਨਿਵਾਰਨ ਵਾਲੇ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ। ਨਾਨਕ ਜੀ ਉਠ ਚਲੋ ਨਿਵਾਬ ਹਕਾਰੀ। ਕਹਿਣ ਲੱਗਾ
हे गुरु नानक साहब उठो। ਉਹ ਨੌਕਰ ਆਇਆ ਸਤਿਗੁਰਾਂ ਕੋਲ, ਕਹਿੰਦਾ ਮਹਾਰਾਜ ਜੀ ਉਠੋ, ਤੁਹਾਨੂੰ ਨਵਾਬ ਨੇ ਬੁਲਾਇਆ ਹੈ। ਇੱਛਾ ਪੁੱਛਣ ਕਛੁਕ ਤੁਮ ਹੈ ਅਨੁਸਾਰਈ। ਕੁਝ ਇੱਛਾ ਪੁੱਛਣੀ ਚਾਹੁੰਦੇ ਆ ਤੁਹਾਨੂੰ, ਤੇ ਉਹ ਕੰਮ ਤੁਹਾਡੇ ਅਨੁਸਾਰੀ ਹੈ, ਤੁਹਾਡੇ ਪੁੱਛੇ ਬਿਨਾਂ ਨਹੀਂ ਹੋ ਸਕਦਾ, ਤੁਹਾਨੂੰ ਪੁੱਛਣ ਲਈ ਬੁਲਾ ਰਹੇ ਨੇ। ਹਉ ਨਾ ਚਲੋ ਟਿਕ ਖਾਨ ਕੌਣ ਮਮ ਕਾਜ ਹੈ। ਮਹਾਰਾਜ ਜੀ ਕਹਿੰਦੇ ਆ, ਸੱਜਣਾ ਅਸੀਂ ਕੀ ਕਰਨਾ ਖਾਨ ਕੋਲ, ਸਾਡਾ ਹੁਣ ਉਹਦੇ ਨਾਲ ਕਿਹੜਾ ਕੋਈ ਕੰਮ ਹੈ। ਪਾਤਸ਼ਾਹ ਕਹਿੰਦੇ, ਮਹਾਰਾਜ ਕਹਿੰਦੇ ਅਸੀਂ ਕਾਹਨੂੰ ਜਾਈਏ ਹੁਣ ਖਾਨ ਕੋਲ, ਸਾਡਾ ਤਾਂ ਉਹਦੇ ਨਾਲ ਕੋਈ ਕੰਮ ਨਹੀਂ ਰਿਹਾ ਹੁਣ। ਹਾਂਜੀ। ਹੋ ਬੈਸ ਰਹੇ ਉਦਿਆਨ ਨਾ ਮੋਦੀ ਸਾਜ ਹੈ। ਹੁਣ ਕਿਹੜਾ ਅਸੀਂ ਉਹਦੇ ਮੋਦੀ ਖਾਨੇ ਦੇ ਵਿੱਚ ਮੋਦੀ ਹਾਂ। ਮਹਾਰਾਜ ਕਹਿੰਦੇ ਜਦੋਂ ਉਹਦੇ ਮੋਦੀ ਖਾਨੇ 'ਚ ਮੋਦੀ ਸੀ, ਜਦੋਂ ਬੁਲਾਉਂਦਾ ਸੀ ਜਾਂਦੇ ਸੀ। ਹੁਣ ਉਹਦਾ ਜਦੋਂ ਕੰਮ ਹੀ ਛੱਡ ਦਿੱਤਾ, ਅਸੀਂ ਤੇ ਇੱਥੇ ਸ਼ਮਸ਼ਾਨ 'ਚ ਉਜਾੜ 'ਚ ਬੈਠੇ ਆ, ਇੱਥੇ ਉਹਦੇ ਨਾਲ ਸਾਡਾ ਕੀ ਵਾਹ ਵਾਸਤਾ। ਹੁਣ ਉਹਦੀ ਨੌਕਰੀ ਅਸੀਂ ਛੱਡ ਦਿੱਤੀ ਹੈ, ਹੁਣ ਉਹ ਸਾਨੂੰ ਕਿਉਂ ਬੁਲਾਉਂਦਾ। ਮਹਾਰਾਜ ਜੀ ਨੇ ਏਦਾਂ ਜਵਾਬ ਦਿੱਤਾ, ਮੁਰ ਪੁਮਾਨ ਨੈ ਬੈਨ ਬਖਾਨੇ ਖਾਨ ਸੋ। ਉਹਨੇ ਆਖਿਆ ਵੀ ਗੱਲ ਤਾਂ ਸਹੀ ਹੈ। ਉਹ ਜਿਹੜਾ ਨੌਕਰ ਸੀ ਵਾਪਸ ਚਲਾ ਗਿਆ, ਜਾ ਕੇ ਦੌਲਤ ਖਾਨ ਨੂੰ ਉਹਨੇ ਦੱਸਿਆ, ਨਹਿ ਪਾਵਹਿ ਪੁਰ ਪਾਏ ਰਹਿ ਉਦਿਆਨ ਸੋ। ਕਹਿਣ ਲੱਗਾ ਜੀ ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ, ਉਹ ਨਹੀਂ ਆਉਂਦੇ, ਉਹ ਕਹਿੰਦੇ ਅਸੀਂ ਨਗਰ ਵਿੱਚ ਨਹੀਂ ਆਉਣਾ। ਆਇਸ ਮਨ ਹੈ ਨਾਹਿ ਤੁਮਾਰੀ ਜਾਨੀਏ। ਉਹਨੇ ਨਾਲ ਇਹ ਵੀ ਆਖਿਆ, ਨਵਾਬ ਜੀ ਉਹ ਤੁਹਾਡੀ ਆਗਿਆ ਨਹੀਂ ਮੰਨਦੇ। ਉਹ ਕਹਿੰਦੇ ਮੈਂ ਕਿਹੜਾ ਹੁਣ ਉਹਦੇ ਕੋਲ ਨੌਕਰੀ ਕਰਦਾ, ਉਹ ਤੁਹਾਡੀ ਆਗਿਆ ਨਹੀਂ ਜੇ ਮੰਨਦੇ। ਹੋ ਜਿਉ ਭਾਵਹਿ ਤਿਉ ਕਰਹੁ ਆਪ ਤੁਮ ਸਿਆਣੀਏ। ਹੁਣ ਤੁਸੀਂ ਉਹ ਸਿਆਣੇ ਜੋ ਤੁਹਾਡੇ ਮਨ ਨੂੰ ਭਾਉਂਦਾ ਤਿਵੇਂ ਤੁਸੀਂ ਕਰੋ। ਸੁਣੀ ਖਾਨ ਨਿਜ ਕਾਨ ਰਿਸਾਨੋ ਮਨ ਕਨੋ। ਜਦੋਂ ਖਾਨ ਨੇ ਗੱਲ ਸੁਣੀ ਇੱਕਦਮ ਉਹਨੂੰ ਗੁੱਸਾ ਆਇਆ ਵੀ ਮੇਰੀ ਆਗਿਆ ਨਹੀਂ ਮੰਨਦੇ, ਆਉਂਦੇ ਨਹੀਂ ਇੱਥੇ ਮੇਰੀ ਗੱਲ ਮੰਨ ਕੇ। ਦੌਲਤ ਖਾਨ ਉਸ ਵੇਲੇ ਗੁੱਸੇ ਵਿੱਚ ਆਇਆ, ਮਸ਼ਕ ਰਿਸਾਏ ਸੁਮੇਰ ਭਗਨ ਚਹਿ ਮਨ ਮਨੋ। ਕਹਿੰਦੇ ਏਦਾਂ ਗੁੱਸੇ ਵਿੱਚ ਆਇਆ ਜਿਵੇਂ ਮੱਛਰ ਨੂੰ ਗੁੱਸਾ ਆ ਜੇ ਤੇ ਆਖੇ ਵੀ ਮੈਂ ਸੁਮੇਰ ਪਰਬਤ ਨੂੰ ਮਾਰ ਕੇ ਟੱਕਰ ਤੇ ਉਹਨੂੰ ਤੋੜ ਦਿਆਂ, ਇਉਂ ਗੁੱਸਾ ਆਇਆ। ਵੇਖੋ ਭਾਈ ਮਹਾਕਵੀ ਭਾਈ ਸੰਤੋਖ ਸਿੰਘ ਉਦਾਹਰਣ ਕਿੰਨੇ ਕਮਾਲ ਦੀ ਦਿੰਦੇ। ਕਹਿੰਦੇ ਏਦਾਂ ਗੁੱਸਾ ਆਇਆ ਦੌਲਤ ਖਾਨ ਨੂੰ ਸਤਿਗੁਰਾਂ ਤੇ, ਜਿਵੇਂ ਮੱਛਰ ਨੂੰ ਪਹਾੜ ਦੇ ਉੱਤੇ ਗੁੱਸਾ ਆ ਜਾਏ ਵੀ ਮੈਂ ਮਾਰ ਕੇ ਟੱਕਰ ਪਹਾੜ ਤੋੜ ਦਿਆਂ। ਮੱਛਰ ਭਾਵੇਂ ਜਿੰਨਾ ਮਰਜ਼ੀ ਗੁੱਸੇ 'ਚ ਆ ਜਾਏ, ਪਹਾੜ ਦਾ ਕੀ ਵਿਗਾੜੇਗਾ ਭਲਾ, ਪਹਾੜ ਨੂੰ ਕੀ ਤੋੜ ਸਕਦਾ ਉਹ। ਕਹਿੰਦੇ ਏਦਾਂ ਇਹਨੂੰ ਗੁੱਸਾ ਆਇਆ ਸਤਿਗੁਰਾਂ ਉੱਤੇ। ਕਹੈ ਕਿ ਆਨਹੁ ਗਹੀ ਕਹੇ ਜੇ ਨਾ ਆਵਈ। ਕਹਿੰਦਾ ਜਾ ਫਿਰ ਦੁਬਾਰਾ, ਜੇ ਹੁਣ ਨਹੀਂ ਆਉਂਦੇ ਨਾ ਮੇਰੇ ਕਹਿਣ ਤੇ ਫਿਰ ਉਹਨਾਂ ਨੂੰ ਫੜ ਕੇ ਲੈ ਕੇ ਆਓ। ਹੋ ਜਾਹੋ ਅਬ ਹੈ ਸਮਝਾਹੋ ਬਹੁਰ ਪਛੁਤਾਵਈ। ਜਾ ਕੇ ਸਮਝਾਓ ਉਹਨਾਂ ਨੂੰ, ਨਹੀਂ ਤਾਂ ਮੁੜ ਕੇ ਉਹਨਾਂ ਨੂੰ ਪਛਤਾਉਣਾ ਪਵੇਗਾ। ਦੇਰਹੀਨ ਨਰ ਫੇਰ ਹੇਰ ਕਹਿ ਜਾਏ ਕਹਿ। ਜਿਵੇਂ ਗੋਲੀ ਜਾਂਦੀ ਹੈ ਬੰਦੂਕ ਚੋਂ ਏਦਾਂ ਗਿਆ ਫਿਰ ਉਹ ਦੌੜ ਕੇ। ਉਹ ਨੌਕਰ ਕਾਹਲੀ ਨਾਲ ਸਤਿਗੁਰਾਂ ਕੋਲ ਜਾ ਕੇ ਫਿਰ ਕਹਿਣ ਲੱਗਾ, ਬੇਗ ਚਲੋ ਇੱਕ ਬੇਰ ਰਿਦੇ ਹਰ ਖਾਏ ਕਹਿਣ ਲੱਗਾ ਨਾਨਕ ਜੀ ਛੇਤੀ ਚਲੋ ਬਿਨਾਂ ਦੇਰੀ ਤੋਂ, ਕਿਉਂਕਿ ਹੁਣ ਜਾਓਗੇ ਤੇ ਖੁਸ਼ੀ ਨਾਲ ਜਾਓਗੇ। ਨਾ ਤੁਰ ਰਿਸੈ ਮਨ ਖਾਨ ਮੰਗਾਏ ਗਹਾਏ ਕਹਿ। ਨਹੀਂ ਤਾਂ ਨਵਾਬ ਗੁੱਸਾ ਕਰੇਗਾ ਤੇ ਤੁਹਾਨੂੰ ਪਕੜ ਕੇ ਆਪਣੇ ਕੋਲ ਮੰਗਾਵੇਗਾ, ਬੁਲਾਵੇਗਾ। ਹੋ ਭਲੀ ਬਾਤ ਹੈ ਆਪ ਚਲੋ ਸੁਖ ਪਾਏ ਕਹਿ। ਤੁਹਾਡੇ ਲਈ ਹੁਣ ਇਹ ਭਲੀ ਬਾਤ ਹੈ ਤੇ ਤੁਸੀਂ ਸੁਖ ਦੇ ਨਾਲ ਚਲੇ ਜਾਓ ਤੇ ਚੰਗਾ ਹੈ। ਸੁਣਿਓ ਸ਼ਰੋਣ ਸੁਖ ਰਾਜ ਸਹਿਜ ਮੁਸਕਤ ਚਲੇ। ਸੁਣ ਕੇ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਨੇ ਮੁਸਕਰਾਏ ਤੇ ਮੁਸਕਰਾਉਂਦੇ ਮੁਸਕਰਾਉਂਦੇ ਮਹਾਰਾਜ ਜੀ ਉੱਠੇ ਤੇ ਉੱਠ ਕੇ ਇਹਦੇ ਨਾਲ ਟੁਰ ਪਏ। ਮੰਦਮਤੀ ਮਨ ਮੂੜ ਦੇਣ ਤੇ ਮਤ ਭਲੇ। ਮਾੜੀ ਮੱਤ ਵਾਲੇ ਮੂਰਖਾਂ ਨੂੰ ਮੱਤ ਦੇਣ ਵਾਸਤੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਚੱਲ ਪਏ। ਬੇਦੀ ਕੇਤ ਨਿਕੇਤ ਗਏ ਹੈ ਤਹ ਯਹੀ। ਮਹਾਰਾਜ ਜੀ ਬੇਦੀਆਂ ਦੀ ਕੁੱਲ ਦੇ ਕੇਤੂ ਰਾਜੇ ਨੇ ਔਰ ਭਲਾ ਕਰਨ ਵਾਸਤੇ ਇਹਨਾਂ ਜੀਵਾਂ ਦਾ ਜਾ ਰਹੇ ਹਨ। ਹੋ ਕਲ ਕਲ ਮਲ ਬਲ ਬਲਤ ਉਬਾਰਨ ਤਿਸ ਸਹੀ। ਜਿਹੜੇ ਕਲਯੁਗ ਦੇ ਪਾਪਾਂ ਦੇ ਭਾਰ ਥੱਲੇ ਦੱਬੇ ਲੋਕ ਨੇ, ਉਹਨਾਂ ਨੂੰ ਉਭਾਰਨ ਵਾਸਤੇ
ਉਹਨਾਂ ਨੂੰ ਪਾਲਣ ਵਾਸਤੇ ਜਾ ਰਹੇ ਨੇ। ਗਏ ਠਾਂਡ ਤਹਿ ਭਏ ਕਿਉ ਨਾ ਸਲਾਮ ਕੋ। ਸਤਿਗੁਰੂ ਜੀ ਦੌਲਤ ਖਾਨ ਦੀ ਕਚਹਿਰੀ ਵਿੱਚ ਆਏ ਤੇ ਜਾ ਕੇ ਖਲੋ ਗਏ ਚੁੱਪਚਾਪ, ਕੋਈ ਰਾਮ ਸਲਾਮ ਨਹੀਂ ਕੀਤੀ ਸਤਿਗੁਰਾਂ ਨੇ। ਮਹਾਰਾਜ ਜੀ ਅੱਗੇ ਜਾਂਦੇ ਤੇ ਜਾ ਕੇ ਜਿਵੇਂ ਮਰਿਆਦਾ ਸੀ ਉਹਦੇ ਮੁਤਾਬਕ ਹੱਥ ਜੋੜਦੇ ਹੋਣਗੇ ਜਾਂ ਸਲਾਮ ਕਰਦੇ ਹੋਣਗੇ, ਪਰ ਅੱਜ ਗਏ ਨੇ, ਅੱਜ ਮੇਰੇ ਪਾਤਸ਼ਾਹ ਨੇ ਸਲਾਮ ਨਹੀਂ ਕੀਤੀ, ਅੜੋਲ ਹੋ ਕੇ ਸਾਹਮਣੇ ਖਲੋ ਗਏ ਨੇ। ਹੇਰਤ ਉਰ ਰਿਸ ਸਰਸ ਖਾਨ ਮਨ ਬਾਮ ਕੋ। ਜਦੋਂ ਦੌਲਤ ਖਾਨ ਨੇ ਵੇਖਿਆ ਵੀ ਅੱਜ ਆਏ ਨੇ ਮੇਰੇ ਕੋਲ, ਇਹਨਾਂ ਸਲਾਮ ਨਹੀਂ ਕੀਤੀ, ਤੇ ਉਹਦਾ ਮਨ ਟੇਢਾ ਸੀ ਪਹਿਲਾਂ ਹੀ ਹੰਕਾਰ ਦੇ ਵਿੱਚ, ਉਹਨੇ ਹੋਰ ਗੁੱਸਾ ਕੀਤਾ, ਹੋਰ ਜ਼ਿਆਦਾ ਗੁੱਸੇ ਵਿੱਚ ਹੈਂਕੜ ਵਿੱਚ ਆਇਆ। ਹੋ ਜੋ ਹਕਾਰਿਓ ਤੋਹੇ ਨਾ ਆਇਓ ਕਿਆ ਠਟੀ। ਕਹਿਣ ਲੱਗਾ ਉਹ ਮਹਾਰਾਜ ਜੀ ਸੱਚੇ ਪਾਤਸ਼ਾਹ, ਮੋਦੀ ਨਾਨਕ ਮੈਂ ਤੈਨੂੰ ਪਹਿਲਾਂ ਬੁਲਾਇਆ ਸੀ, ਕਿਉਂ ਨਹੀਂ ਆਇਆ ਤੂੰ? ਏਦਾਂ ਬੋਲਿਆ ਸਤਿਗੁਰਾਂ ਨੂੰ ਤੂੰ ਤੜਾਕ ਕਰਕੇ। ਕਹਿੰਦਾ ਜੀ ਪਹਿਲਾਂ ਤੁਸੀਂ ਆਏ ਨਹੀਂ ਮੇਰੇ ਕੋਲੇ, ਤੁਹਾਨੂੰ ਬੁਲਾਇਆ ਸੀ, ਕੀ ਸੋਚਿਆ ਸੀ ਤੁਸਾਂ ਨੇ ਮਨ ਵਿੱਚ? ਕੀ ਸੋਚਿਆ ਸੀ, ਕੀ ਠਾਣਿਆ ਸੀ ਮਨ ਵਿੱਚ? ਕੀ ਸੋਚ ਕੇ ਤੁਸੀਂ ਮੇਰੀ ਕਈ ਗੱਲ ਨੂੰ ਮੋੜਿਆ ਹੈ? ਹੋ ਮੋਰ ਆਏ ਸੰਗ ਮੋਰ ਬੈਠਿਓ ਲਖ ਲਟੀ। ਮੇਰੀ ਆਗਿਆ ਨੂੰ ਮੋੜ ਕੇ ਵੀ ਮੈਂ ਨਹੀਂ ਆਉਂਦਾ, ਉੱਥੇ ਚੁੱਪ ਕਰਕੇ ਬੈਠੇ ਰਹੋ। ਕਿਉਂ ਬੈਠੇ ਰਹੇ ਉੱਥੇ? ਤੁਸੀਂ ਮੇਰੀ ਆਗਿਆ ਕਿਉਂ ਮੋੜੀ, ਮੇਰਾ ਹੁਕਮ ਕਿਉਂ ਮੋੜਿਆ? ਚਾਕਰ ਜਬੈ ਤੁਮਾਰ ਆਵਤੇ ਤੁਮ ਕਹੇ। ਸੁਣ ਕੇ ਜਗਤ ਗੁਰੂ ਬਾਬਾ ਜੀ ਬੋਲੇ, ਦੌਲਤ ਖਾਨ ਜਦੋਂ ਤੇਰੇ ਕੋਲ ਨੌਕਰੀ ਕਰਦੇ ਸੀ ਮੋਦੀ ਖਾਨੇ 'ਚ ਚਾਕਰ ਸੀ, ਜਦੋਂ ਤੇਰੇ ਚਾਕਰ ਸੀ ਤੇਰੇ ਕਹੇ ਤੇ ਆ ਜਾਂਦੇ ਸੀ। ਜਦੋਂ ਤੇਰੇ ਚਾਕਰ ਸੀ ਉਦੋਂ ਤੂੰ ਜਦੋਂ ਬੁਲਾਉਂਦਾ ਸੀ, ਰਾਤ ਹਨੇਰੀ ਜਦੋਂ ਵੀ ਸੱਦਦਾ ਸੀ, ਤੇਰੇ ਕਹੇ ਤੇ ਆ ਜਾਂਦੇ ਸੀ। ਤਜੀ ਕ੍ਰਿਤ ਅਬ ਸਬੈ ਨਿਰਾਰੇ ਹੋ ਰਹੇ। ਹੁਣ ਅਸੀਂ ਤੇਰਾ ਮੋਦੀ ਖਾਨਾ ਤੈਨੂੰ ਸੌਂਪ ਦਿੱਤਾ, ਚਾਕਰੀ ਤੇਰੀ ਛੱਡ ਦਿੱਤੀ ਹੈ, ਚਾਬੀਆਂ ਤੇਰੀਆਂ ਤੈਨੂੰ ਸੰਭਾਲ ਦਿੱਤੀਆਂ ਨੇ, ਤੇ ਹੁਣ ਅਸੀਂ ਤੇਰੀ ਇਸ ਕ੍ਰਿਤ ਤੋਂ ਸੁਤੰਤਰ ਹੋ ਗਏ ਆ, ਆਜ਼ਾਦ ਹੋ ਗਏ ਆ। ਚਾਕਰ ਭਏ ਖੁਦਾਏ ਹੁਕਮ ਤੇ ਮਾਨਈ। ਹੁਣ ਅਸੀਂ ਚਾਕਰ ਹੋ ਗਏ ਆ ਖੁਦਾ ਦੇ, ਤੇ ਹੁਣ ਅਸੀਂ ਹੁਕਮ ਵੀ ਖੁਦਾ ਦਾ ਮੰਨਦੇ ਆ। ਤੇਰੇ ਚਾਕਰ ਸੀ ਉਦੋਂ ਤੇਰੇ ਕਹੇ ਆ ਜਾਂਦੇ ਸੀ, ਤੇਰੀ ਨੌਕਰੀ ਛੱਡ ਦਿੱਤੀ ਆ ਅਸੀਂ, ਹੁਣ ਅਸੀਂ ਖੁਦਾ ਦੇ ਚਾਕਰ ਹੋ ਗਏ ਆ, ਪਰਮੇਸ਼ਰ ਦੇ ਚਾਕਰ ਹੋ ਗਏ ਆ, ਤੇ ਖੁਦਾ ਦੇ ਚਾਕਰ ਹੋ ਕੇ ਖੁਦਾ ਦਾ ਹੁਕਮ ਮੰਨਦੇ ਆ। ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਧਾਵਣੀ, ਤਾਂ ਕੋ ਆਖੈ ਧਨ ਨਾਨਕ ਵੇਖੈ ਨਦਰ ਕਰ, ਚੜੈ ਚਵਗਣ ਵਨ। ਕਹਿੰਦੇ ਹੁਣ ਅਸੀਂ ਰੱਬ ਦੇ ਚਾਕਰ ਹੋ ਗਏ ਆ, ਪਰਮੇਸ਼ਰ ਦੇ ਚਾਕਰ ਹੋ ਗਏ ਆ, ਤੇ ਪਰਮੇਸ਼ਰ ਦਾ ਹੁਕਮ ਮੰਨਦੇ ਹਾਂ। ਹੋ ਨਿਰੰਕਾਰ ਕਰਤਾਰ ਜਗਤ ਦੇਹ ਜਾਣਈ। ਜਿਹਨੂੰ ਤੂੰ ਖੁਦਾ ਕਹਿਣਾ ਉਸੇ ਨੂੰ ਅਸੀਂ ਨਿਰੰਕਾਰ ਕਹਿੰਦੇ ਆ, ਕਰਤਾਰ ਕਹਿੰਦੇ ਆ, ਤੇ ਸਾਰਾ ਜਗ ਜਾਣਦਾ ਉਹਨੂੰ ਕਰਤਾਰ ਨੂੰ। ਸਾਰਾ ਸੰਸਾਰ ਉਹਦੇ ਤਾਬਿਆਂ ਵਿੱਚ ਆ, ਸਾਰਾ ਜਗਤ ਉਹਦੇ ਹੁਕਮ ਦੇ ਵਿੱਚ ਵਰਤਦਾ ਹੈ। ਸ਼ਰੋਨ ਸੁਨਤ ਰਿਸ ਸਰਸ ਨਾ ਬਸ ਅਸ ਕਹਿਤ ਭਾ। ਹੁਣ ਮਹਾਰਾਜ ਜੀ ਦੀ ਗੱਲ ਬੜੀ ਦਲੀਲ ਵਾਲੀ ਸੀ, ਸੁਣ ਕੇ ਇਹਨੂੰ ਜਵਾਬ ਨਹੀਂ ਆਇਆ, ਗੁੱਸਾ ਤਾਂ ਬੜਾ ਆਇਆ ਮਨ 'ਚ, ਪਰ ਸੱਚ ਸੀ ਜੋ ਸਤਿਗੁਰੂ ਜੀ ਕਹਿ ਰਹੇ ਨੇ ਵੀ ਜਦੋਂ ਤੇਰੀ ਚਾਕਰੀ ਛੱਡ ਦਿੱਤੀ ਹੁਣ ਤੇਰਾ ਕੀ ਮਤਲਬ ਹੈ ਬੁਲਾਉਣ ਦਾ ਵੀ ਆਓ ਜੀ। ਗੁੱਸਾ ਵੀ ਲੱਗਾ ਪਰ ਜਰ ਗਿਆ ਮਨ ਵਿੱਚ, ਬੋਲ ਨਹੀਂ ਸਕਿਆ, ਸਤਿਗੁਰਾਂ ਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਦੇ ਸਕਿਆ। ਆਨੋ ਦੀਨ ਮਝਾਰ ਦੀਨ ਮਤ ਚਹਿਤ ਭਾ। ਇਹਨੇ ਗੁੱਸੇ ਨਾਲ ਮਨ 'ਚ ਸੋਚਿਆ ਵੀ ਇਹਨੂੰ ਮੈਂ ਆਪਣੇ ਮਜ਼ਹਬ 'ਚ ਲੈ ਕੇ ਆਵਾਂ, ਇਹਦਾ ਧਰਮ ਇਹਨੂੰ ਛੁਡਾ ਦਿਆਂ, ਇਹਨੂੰ ਆਪਣੇ ਦੀਨ ਵਿੱਚ ਲਿਆ ਕੇ ਆਪਣੇ ਦੀਨ ਦੇ ਵਿੱਚ ਚਲਾਵਾਂ। ਆਜ ਜੁਮੇ ਕੋ ਰੋਜ਼ ਖੋਜ ਸਭ ਪਾਏ ਹਾਂ। ਇਹ ਸੋਚ ਕੇ ਦੌਲਤ ਖਾਨ ਨੇ ਮਨ 'ਚ ਇਹ ਮੰਦ ਬਿਰਤੀ ਰੱਖੀ ਵੀ ਇਹਨੂੰ ਮੈਂ ਆਪਣੇ ਮਜ਼ਹਬ 'ਚ ਲੈ ਆਵਾਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਜੀ ਅੱਜ ਜੁਮਾ ਹੈ, ਅੱਜ ਜੁਮੇ ਦੀ ਨਮਾਜ਼ ਦਾ ਦਿਨ ਹੈ, ਆਜ ਜੁਮੇ ਕੋ ਰੋਜ਼ ਖੋਜ ਸਭ ਪਾਏ ਹੋ,
ਅੱਜ ਜੁਮੇ ਦੀ ਨਮਾਜ਼ ਦਾ ਦਿਨ ਹੈ ਤੇ ਅੱਜ ਦੀ ਖਬਰ ਪਾਣੀ ਚਾਹੀਏ। ਅੱਜ ਜੁਮੇ ਦੀ ਨਮਾਜ਼ ਅਸੀਂ ਪੜ੍ਹਨੀ ਹੈ। ਹੋ ਚੱਲੀਏ ਸੰਗ ਮਸੀਤ ਨਮਾਜ਼ ਪੜਾਏ ਹੋ। ਮੈਂ ਸੁਣਿਆ ਤੁਹਾਡੀ ਦ੍ਰਿਸ਼ਟੀ 'ਚ ਤੁਸੀਂ ਕਿਸੇ ਦਾ ਫਰਕ ਨਹੀਂ ਵੇਖਦੇ ਵੀ ਹਿੰਦੂ ਹੈ ਤੇ ਮੁਸਲਮਾਨ ਹੈ। ਤੇ ਜੇ ਇਹ ਗੱਲ ਹੈ ਤੇ ਚਲੋ ਜੀ ਫਿਰ ਅੱਜ ਸਾਡੇ ਨਾਲ ਮਸੀਤ 'ਚ ਚੱਲ ਕੇ ਸਾਡੇ ਨਾਲ ਨਮਾਜ਼ ਪੜ੍ਹੋ। ਅੱਜ ਸਾਡੇ ਨਾਲ ਬਹਿ ਕੇ ਜੁਮੇ ਦੀ ਨਮਾਜ਼ ਅਦਾ ਕਰੋ। ਦ੍ਰਿਸ਼ਟ ਏਕ ਪਰ ਧਰੀ ਜਗਤ ਤਜ ਕਾਨ ਕੋ। ਤੁਸੀਂ ਤਾਂ ਇੱਕ ਦੇ ਉੱਤੇ ਦ੍ਰਿਸ਼ਟੀ ਰੱਖੀ ਹੈ ਨਾ, ਜਗਤ ਦੀ ਕਾਣ ਕਨੋੜ ਛੱਡ ਦਿੱਤੀ ਹੈ। ਤੁਸੀਂ ਸੰਸਾਰ ਦੀ ਕਾਣ ਕਨੋੜ ਨੂੰ ਛੱਡ ਕੇ ਇਹ ਕਹਿੰਦੇ ਹੋ ਨਾ ਕੋਈ ਹਿੰਦੂ ਤੇ ਨਾ ਮੁਸਲਮਾਨ। ਤੇ ਜੇ ਤੁਹਾਡੀ ਦ੍ਰਿਸ਼ਟੀ ਵਿੱਚ ਇੱਕ ਖੁਦਾ ਦਾ ਨਿਸ਼ਚੈ, ਤੁਸੀਂ ਇੱਕ ਦੇ ਉੱਤੇ ਟੇਕ ਰੱਖ ਲਈ ਹੈ, ਤੇ ਫਿਰ ਅੱਜ ਆਓ ਸਾਡੇ ਨਾਲ ਤੇ ਚੱਲ ਕੇ ਸਾਡੇ ਨਾਲ ਜੁਮੇ ਦੀ ਨਮਾਜ਼ ਪੜ੍ਹੋ। ਹਿੰਦੂ ਤੁਰਕ ਜੇ ਦੋਏ ਨਾ ਭੇਦ ਹੈ ਜਾਨ ਕੋ। ਜੇ ਹਿੰਦੂ ਤੇ ਮੁਸਲਮਾਨ ਅਸੀਂ ਤਾਂ ਦੋ ਸਮਝਦੇ ਆਂ ਵੀ ਆ ਹਿੰਦੂ ਤੇ ਮੁਸਲਮਾਨ ਦੋ ਨੇ। ਤੁਸੀਂ ਕਹਿੰਦੇ ਹੋ ਦੋ ਨਹੀਂ ਇੱਕੋ ਹੀ ਨੇ। ਤੇ ਜੇ ਤੁਸੀਂ ਦੋ ਨਾ ਸਮਝ ਕੇ ਇੱਕ ਸਮਝਦੇ ਹੋ, ਇਹ ਭੇਦ ਤੁਹਾਡੇ ਮਨ ਵਿੱਚ ਨਹੀਂ ਹੈ। ਤੋ ਹਮ ਕਰਹਿ ਖੁਦਾਏ ਬੰਦਗੀ ਬੰਦ ਕਰ। ਤੇ ਫਿਰ ਅਸੀਂ ਤਾਂ ਖੁਦਾ ਦੀ ਬੰਦਗੀ ਹੱਥ ਜੋੜ ਕੇ ਕਰਨ ਚੱਲੇ ਆਂ, ਤੇ ਉਸ ਖੁਦਾ ਦੀ ਬੰਦਗੀ ਤੁਸੀਂ ਵੀ ਸਾਡੇ ਨਾਲ ਰਲ ਕੇ ਕਰੋ। ਹੋ ਤੁਮ ਭੀ ਗਵਨੋ ਸੰਗ ਤਜ ਹੋ ਨਰ ਲਾਜ ਡਰ। ਆ ਲੋਕਾਂ ਦੀ ਲਾਜ ਛੱਡ ਕੇ, ਲੋਕਾਂ ਦੀ ਕਾਣ ਕਨੋੜ ਛੱਡ ਕੇ ਤੁਸੀਂ ਵੀ ਫਿਰ ਸਾਡੇ ਨਾਲ ਚੱਲੋ। ਸੁਨ ਨਾਨਕ ਜੀ ਕਾਨ ਬੈਨ ਆਨਨ ਭਨੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਸੁਣੇ, ਸੁਣ ਕੇ ਗਰੀਬ ਨਵਾਜ ਸਾਹਿਬ ਜੀ ਬੋਲੇ, ਚਲੋ ਖਾਨ ਤੇ ਥਾਨ ਜਹਾਂ ਤੁਮ ਮਨ ਮਨੈ। ਮਹਾਰਾਜ ਜੀ ਕਹਿੰਦੇ ਖਾਨ ਜੀ ਚਲੋ ਜਿੱਥੇ ਤੁਹਾਡਾ ਮਨ ਮੰਨਦਾ ਨਾ ਜਾਣ ਨੂੰ, ਉੱਥੇ ਨਾਲ ਚੱਲਾਂਗੇ ਤੁਹਾਡੇ। ਜਿੱਥੇ ਲਿਜਾਣਾ ਚਾਹੁੰਦੇ ਹੋ ਚੱਲੋ, ਜਿੱਥੇ ਜਾਣਾ ਚਾਹੁੰਦੇ ਹੋ ਚੱਲੋ, ਅਸੀਂ ਨਾਲ ਟੁਰਾਂਗੇ। ਖੋਜੋ ਖੋਜਣ ਜੋਗ ਤਾਂ ਜਾਣਿਓ ਜਾਏ ਹੈ। ਹਾਂ, ਜਿਹੜਾ ਖੋਜਣ ਯੋਗ ਆ ਉਹਨੂੰ ਖੋਜੋ। ਜਦੋਂ ਖੋਜਣ ਯੋਗ ਸਾਹਿਬ ਨੂੰ ਖੋਜੋਗੇ ਤਾਂ ਜਾਣਾਂਗੇ। ਵੀ ਜਿਹਨੂੰ ਤੁਸੀਂ ਖੁਦਾ ਕਹਿ ਕੇ ਬੰਦਗੀ ਕਰਦੇ ਹੋ ਉਹਨੂੰ ਖੋਜਦੇ ਹੋ। ਬੰਦੇ ਖੋਜ ਦਿਲ ਹਰ ਰੋਜ਼, ਕਿ ਉਹਨੂੰ ਖੋਜਦੇ ਹੋ। ਉਹ ਖੋਜੋਗੇ ਫਿਰ ਪਤਾ ਲੱਗੇਗਾ, ਜਾਣੇ ਜਾਓਗੇ। ਹੋ ਆਨੰਦ ਕੰਦ ਮੁਕੰਦ ਚਲੇ ਸੰਗ ਰਾਏ ਹੈ। ਇਹ ਸੁਣ ਕੇ ਦੌਲਤ ਖਾਨ ਤਾਂ ਚੱਲਿਆ ਹੀ ਸੀ। ਨਮਾਜ਼ ਦਾ ਵੇਲਾ ਹੋ ਗਿਆ। ਆਨੰਦ ਦੇ ਮੂਲ, ਆਨੰਦ ਦਾ ਕੰਦ ਕਹਿੰਦੇ ਆ ਮੂਲ ਨੂੰ, ਆਨੰਦ ਦੇ ਮੂਲ ਜਗਤ ਗੁਰੂ ਗੁਰੂ ਨਾਨਕ ਸਾਹਿਬ ਵੀ ਇਹਦੇ ਨਾਲ ਟੁਰ ਪਏ। ਰੌਰ ਪਰੀਪੁਰ ਮਾਹੇ ਨਾਰ ਨਰ ਸਗਰ ਮੈਂ। ਸਾਰੇ ਨਗਰ ਚ ਰੌਲਾ ਪੈ ਗਿਆ, ਨਰ ਨਾਰੀਆਂ ਵਿੱਚ ਸ਼ੋਰ ਮਚ ਗਿਆ। ਘਰ ਘਰ ਕਰਤ ਵਿਚਾਰ ਕੁਲਾਹਲ ਨਗਰ ਮੈਂ। ਮਹਾਰਾਜ ਜੀ ਦੀ ਘਰ ਘਰ ਚ ਗੱਲ ਚੱਲਣ ਲੱਗ ਪਈ, ਕੁਲਾਹਲ ਹੋ ਗਿਆ। ਰੰਕ ਤਨੀ ਬ੍ਰਿਧ ਬਾਲ ਤਰੁਣ ਦੌਰਤ ਚਲੇ। ਰੰਕ ਗਰੀਬ ਧਨੀ ਬਾਲਕ ਜਵਾਨ ਸਭ ਦੌੜੇ ਚੱਲੇ ਮਸੀਤ ਵਾਲੇ ਪਾਸੇ। ਹੋ ਨਾਨਕ ਹੋਏ ਹੈ ਤੁਰਕ ਬਾਤ ਇਹ ਲੈ ਭਲੇ। ਲੋਕਾਂ 'ਚ ਇਹ ਗੱਲ ਫੈਲ ਗਈ ਕਿ ਨਾਨਕ ਹੁਣ ਮੁਸਲਮਾਨ ਬਣ ਜਾਏਗਾ ਜਦੋਂ ਨਮਾਜ਼ ਪੜ੍ਹੇਗਾ। ਆਹ ਲੋਕ ਗੱਲਾਂ ਕਰਨ ਲੱਗੇ। ਜਦੋਂ ਨਮਾਜ਼ ਪੜ੍ਹਨਗੇ ਤੇ ਉਹਨਾਂ ਦਾ ਦੀਨ ਬਦਲ ਜਾਏਗਾ। ਉਹ ਆਪਣਾ ਧਰਮ ਛੱਡ ਕੇ ਉਹਨਾਂ ਦਾ ਇਸਲਾਮ ਕਬੂਲ ਕਰਨਗੇ, ਤਦੇ ਹੀ ਨਮਾਜ਼ ਪੜ੍ਹਨਗੇ ਨਾ। ਲੋਕਾਂ ਵਿੱਚ ਏਦਾਂ ਸ਼ੋਰ ਮਚ ਗਿਆ ਤੇ ਇੱਕ ਤਰ੍ਹਾਂ ਦਾ ਡਰ ਤੇ ਸਹਿਮ ਬਣ ਗਿਆ। ਹੋਤ ਰੀਤ ਵਿਪਰੀਤ ਪੀਤ ਚਿਤ ਹਿੰਦ ਕੋ। ਕਹਿੰਦੇ ਆਹ ਤਾਂ ਕੰਮ ਬੜਾ ਮਾੜਾ ਹੋਵੇਗਾ। ਉਹ ਲੋਕ ਹਾਲੇ ਸਤਿਗੁਰਾਂ ਨੂੰ ਹਿੰਦੂ ਹੀ ਸਮਝਦੇ ਸੀ। ਇਹ ਨਹੀਂ ਜਾਣਦੇ ਉਹ ਆਪ ਸਵੈੰ ਪਾਰ ਬ੍ਰਹਮ ਪਰਮੇਸ਼ਵਰ ਨੇ। ਅਕਾਲ ਪੁਰਖ ਨਾ ਹਿੰਦੂ ਹੈ ਨਾ ਮੁਸਲਮਾਨ ਹੈ। ਜਦੋਂ ਪਰਮੇਸ਼ਰ ਨੂੰ ਨਮਸਕਾਰ ਕਰਦੇ ਆ ਨਾ, ਜਾਪ ਸਾਹਿਬ ਚ ਤੇ ਮਹਾਰਾਜ ਜੀ ਨੇ ਪਰਮੇਸ਼ਰ ਨੂੰ ਨਮਸਕਾਰ ਕਰਦਿਆਂ ਕਿਹਾ, ਹੇ ਵਾਹਿਗੁਰੂ ਤੈਨੂੰ ਨਮਸਕਾਰ ਹੈ, ਤੂੰ ਅਮਜਬੇ ਹੈ, ਤੂੰ ਮਜਬ ਤੋਂ ਰਹਿਤ ਹੈ। ਮਜਬ ਤੋਂ ਰਹਿਤ, ਜਿਹਦਾ ਕੋਈ ਮਜਬ ਨਹੀਂ। ਲੋਕਾਂ ਨੂੰ ਇਹ ਸੀ ਵੀ ਇਹ ਤਾਂ ਹਿੰਦੂ ਨੇ, ਹਿੰਦੂਆਂ ਦੇ ਘਰੇ ਜਨਮੇ, ਏਦਾਂ ਦੀਆਂ ਗੱਲਾਂ ਕਰਦੇ। ਹਾਲਾਂਕਿ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਾਰਾ ਹੀ ਇਹ ਕਿਹਾ ਸੀ, ਨਾ ਕੋਈ ਹਿੰਦੂ ਨਾ ਮੁਸਲਮਾਨ। ਪਾਤਸ਼ਾਹ ਤਾਂ ਇੱਕ ਅਕਾਲ ਪੁਰਖ ਦੀ ਹੋਂਦ ਨੂੰ ਮੰਨਣ ਵਾਲੇ, ਪਰਮੇਸ਼ਰ ਨੂੰ ਜਾਣਨੇ ਵਾਲੇ।
ਜਿਨ੍ਹਾਂ ਦਾ ਸਿਧਾਂਤ ਹੀ ਸਾਰਿਆਂ ਮਜ਼ਹਬਾਂ ਤੋਂ ਨਿਆਰਾ ਤੇ ਵੱਖਰਾ ਹੈ। ਉਹ ਕਹਿੰਦੇ ਜੀ ਇਹ ਤਾਂ ਮੁਸਲਮਾਨ ਬਣ ਗਏ ਤੇ ਸਾਡੇ ਮਜ਼ਹਬ ਨੂੰ, ਸਾਡੇ ਧਰਮ ਨੂੰ ਖਤਰਾ ਹੈ। ਕਵਨ ਨਿਵਾਰ ਹੈ ਜਾਏ ਬਖਾਨ ਨਰਿੰਦ ਕੋ। ਹੁਣ ਲੋਕ ਕਹਿੰਦੇ ਵੀ ਦੌਲਤ ਖਾਨ ਨੂੰ ਕਿਹੜਾ ਰੋਕੇ ਜਾ ਕੇ, ਰਾਜੇ ਨੂੰ ਜਾ ਕੇ ਕਿਹੜਾ ਵਰਜੇ ਵੀ ਤੂੰ ਏਦਾਂ ਨਾ ਕਰ। ਵੀ ਨਾਨਕ ਜੀ ਤਾਂ ਚਲੋ ਉਹ ਮਸਤਾਨੇ ਹੋ ਗਏ ਨੇ, ਬੌਰੇ ਹੋ ਗਏ ਨੇ, ਪਰ ਉਹਨਾਂ ਨੂੰ ਕੌਣ ਕਹੇ? ਦੌਲਤ ਖਾਨ ਨੂੰ ਕੌਣ ਜਾ ਕੇ ਸਮਝਾਵੇ? ਉਹਨੂੰ ਕੌਣ ਰੋਕੇ ਵੀ ਤੂੰ ਏਦਾਂ ਨਾ ਕਰ? ਦੌਲਤ ਖਾਨ ਤੋਂ ਵੀ ਡਰਦੇ ਹਨ। ਆਤੇ ਅਚਰਜ ਕੀ ਬਾਤ ਸੁਨਤ ਚਿਤ ਥਰ ਹਰੈ। ਇਹ ਅਚਰਜ ਭਰੀ ਗੱਲ ਜਦੋਂ ਸੁਣਦੇ ਨੇ ਲੋਕ ਤੇ ਉਹਨਾਂ ਦੇ ਚਿੱਤ, ਉਹਨਾਂ ਦੇ ਹਿਰਦੇ ਥਰ ਹਰ ਡਰਨ ਲੱਗ ਪੈਂਦੇ, ਕੰਬਣ ਲੱਗ ਪੈਂਦੇ ਨੇ। ਹੋ ਇਹ ਬਿਦ ਆਗੇ ਭਈ ਨਾ ਜਿਹ ਬਿਦ ਅਬ ਕਰੈ। ਕਹਿੰਦੇ ਜੋ ਕੁਝ ਗੁਰੂ ਨਾਨਕ ਜੀ ਕਰ ਰਹੇ ਨੇ ਏਦਾਂ ਦਾ ਕਦੇ ਪਹਿਲਾਂ ਹੋਇਆ ਹੀ ਨਹੀਂ। ਅੱਜ ਤੋਂ ਪਹਿਲਾਂ ਕਦੇ ਕਿਸੇ ਨੇ ਏਦਾਂ ਨਮਾਜ਼ ਨਹੀਂ ਪੜ੍ਹੀ ਮੁਸਲਮਾਨਾਂ ਨਾਲ ਜਾ ਕੇ। ਚਤੁਰ ਬਰਨ ਨਰ ਚੱਲੇ ਤਮਾਸ਼ੇ ਹਿਤ ਸਭੇ। 4 ਵਰਨਾਂ ਦੇ ਲੋਕ ਚੱਲੇ ਨੇ ਜਿਨ੍ਹਾਂ ਲਈ ਇਹ ਸਭ ਤਮਾਸ਼ਾ ਹੀ ਸੀ ਵੇਖਣ ਲਈ। ਫੇਰ ਜਰਾਮ ਕੁਚਾਲ ਬਿਸਾਲ ਹੈ ਦੁਖ ਤਬੈ। ਇਧਰ ਭਾਈਆ ਜੈ ਰਾਮ ਜੀ ਦਾ ਜਿੰਨਾ ਦੁੱਖ ਉਹ ਵੀ ਬੈਠੇ ਸੀ, ਉੱਥੇ ਹੀ ਸੀ ਨਾ। ਜਿੰਨੇ ਉਹ ਦੁਖੀ ਹੋਏ ਉਹਨਾਂ ਦੇ ਅੰਦਰ ਦਾ ਦੁੱਖ ਉਹ ਵਰਣਨ ਨਹੀਂ ਹੋ ਸਕਦਾ। ਸੋਚਤ ਸੋਚਨ ਸकुच ਚਲਿਓ ਚੱਕਰਤ ਘਰੇ। ਸੋਚਦਿਆਂ ਬੁੱਧੀ ਸकुचित ਹੋ ਗਈ, ਚੱਕਰਤ ਜੇ ਹੋਏ ਵੀ ਆਹ ਕੀ ਹੋ ਗਿਆ, ਇੱਕਦਮ ਹੈਰਾਨ ਜੇ ਹੋਏ ਆਹ ਕੀ ਹੋ ਗਿਆ। ਇਹ ਚੱਲ ਕੇ ਘਰ ਆ ਗਏ। ਹੋ ਚਿਤ ਚਾਹਤ ਕਛ ਔਰ ਬਿਦ ਨਾ ਕਰੇ। ਸੋਚਦੇ ਨੇ ਵੀ ਮੈਂ ਤਾਂ ਚਿੱਤ 'ਚ ਕੁਝ ਹੋਰ ਚਾਹੁੰਦਾ ਸੀ ਪਰ ਵਿਧਾਤੇ ਨੇ ਕੁਝ ਹੋਰ ਹੀ ਕਰ ਦਿੱਤਾ। ਮੈਂ ਕੁਝ ਹੋਰ ਸੋਚਿਆ ਸੀ, ਮੈਂ ਕੁਝ ਹੋਰ ਚਿਤਵਿਆ ਸੀ, ਪਰ ਵਿਧਾਤੇ ਨੇ ਕੁਝ ਹੋਰ ਹੀ ਕਰ ਦਿੱਤਾ। ਬਦਤ ਸੁਦਾ ਕੀ ਲਤਾ ਹਲਾਹਲ ਫਰਹਰੀ। ਮੈਂ ਤਾਂ ਸੋਚਿਆ ਸੀ ਅੰਮ੍ਰਿਤ ਦੀ ਵੇਲ ਵਧੇਗੀ, ਪਰ ਉਹ ਅੰਮ੍ਰਿਤ ਦੀ ਵੇਲ ਵਧਦਿਆਂ ਇੱਕਦਮ ਉਹਨੂੰ ਜ਼ਹਿਰ ਲੱਗ ਗਿਆ, ਇੱਕਦਮ ਉਹਨੂੰ ਬਿਖ ਲੱਗ ਗਿਆ। ਲਿਖਤ ਕਲਾ ਨਿਦ ਕਲਮ ਬਿਦੁਮਤਕ ਲਿਖ ਹਰੀ। ਕਹਿੰਦੇ ਮੈਂ ਤਾਂ ਸੋਚਿਆ ਸੀ ਵੀ ਚੰਦਰਮਾ ਵਾਂਗੂ ਜਸ ਹੋਵੇਗਾ, ਗੁਰੂ ਨਾਨਕ ਸਾਹਿਬ ਦਾ ਇੱਥੇ ਆਏ ਨੇ, ਮੇਰਾ ਵੀ ਜਸ ਹੋਵੇਗਾ, ਇਹਨਾਂ ਦੀ ਵੀ ਸੋਭਾ ਹੋਵੇਗੀ। ਪਰ ਕੀ ਜਾਣਦਾ ਸੀ ਕਿ ਇਸ ਚੰਦਰਮਾ ਨੂੰ ਆ ਕੇ ਇਸ ਰਾਹੂ ਨੇ ਗਰਸ ਲੈਣਾ ਸੀ। ਮੈਂ ਸੋਚਿਆ ਸੀ ਨਾਨਕ ਜੀ ਦੀ ਚੰਦਰਮਾ ਵਾਂਗੂ ਕੀਰਤੀ ਫੈਲੇਗੀ, ਪਰ ਰਾਹੂ ਨੇ ਆ ਕੇ ਉਸ ਕੀਰਤੀ ਨੂੰ ਗਰਸ ਲਿਆ। ਦਰਬ ਦੇਨ ਕੋ ਖਾਨ ਹਕਾਰਿਓ ਨਰ ਪਠੇ। ਮੈਂ ਤਾਂ ਪੈਸਿਆਂ ਦੀ ਗੱਲ ਕਰਨ ਲਈ ਭੇਜਿਆ ਸੀ ਬੰਦਾ ਵੀ ਗੁਰੂ ਨਾਨਕ ਸਾਹਿਬ ਨੂੰ ਬੁਲਾ ਲਓ ਤੇ ਉਹਨਾਂ ਨੂੰ ਪੁੱਛ ਲਓ ਵੀ ਇਹ 760 ਰੁਪਏ ਕਿਹਨੂੰ ਦੇਣੇ ਹਨ। ਹੋ ਬਹੁਰ ਨਿਵਾਜ ਕਰਾਏ ਭਲੀ ਵਿਦਿਆ ਪਠੇ। ਪਰ ਇੱਥੇ ਤਾਂ ਗੱਲ ਹੀ ਹੋਰ ਹੋ ਗਈ। ਦੌਲਤ ਖਾਨ ਕਹਿੰਦਾ ਮੇਰੇ ਨਾਲ ਨਮਾਜ਼ ਪੜ੍ਹੋ ਤੇ ਨਾਨਕ ਜੀ ਉੱਠ ਕੇ ਉਹਨਾਂ ਨਾਲ ਟੁਰ ਵੀ ਪਏ ਹਨ। ਚਤੁਰ ਦਿਸ਼ਾ ਤੇ ਜਕੈ ਥਕਿਤ ਚਿਤ ਹੋਵੈ ਰਹਾ। ਚਾਰੇ ਦਿਸ਼ਾਵਾਂ ਵੱਲ ਵੇਖਦੇ ਤੱਕਦੇ ਜਕ ਜਾਂਦੇ ਆ, ਚਿੱਤ ਦੇ ਵਿੱਚ ਥੱਕ ਗਏ ਨੇ, ਪਰ ਕੁਝ ਸਮਝ ਨਹੀਂ ਆਉਂਦੀ ਵੀ ਕੀ ਹੋ ਰਿਹਾ ਹੈ। ਕਾਲੂ ਕਹਿ ਕਾਹੇ ਕੇ ਮੂਲਾ ਕਹਿ ਕਹਾਂ। ਸੋਚਦੇ ਨੇ ਮੈਂ ਕੀ ਆਖਾਂਗਾ ਮਹਿਤਾ ਕਾਲੂ ਜੀ ਨੂੰ। ਜਦੋਂ ਪੁੱਛਣਗੇ ਜੈ ਰਾਮ ਤੂੰ ਤਾਂ ਸਿਆਣਾ ਸੀ, ਤੂੰ ਕਿਉਂ ਨਹੀਂ ਰੋਕਿਆ ਨਾਨਕ ਨੂੰ? ਮੂਲ ਚੰਦ ਨੂੰ ਕੀ ਕਹਾਂਗਾ? ਪਿਤਾ ਮਹਿਤਾ ਕਾਲੂ ਜੀ ਨੂੰ ਕੀ ਕਹਾਂਗਾ? ਏਦਾਂ ਕਈ ਤਰ੍ਹਾਂ ਦੀਆਂ ਸੋਚਾਂ ਸੋਚਦੇ। ਨਾਨਕ ਜਨਨੀ ਬੂਜਤ ਉੱਤਰ ਦਿਓ ਕੋ। ਜਦੋਂ ਗੁਰੂ ਨਾਨਕ ਸਾਹਿਬ ਦੇ ਮਾਤਾ ਤ੍ਰਿਪਤਾ ਜੀ ਪੁੱਛਣਗੇ ਤੇ ਮੈਂ ਉਹਨਾਂ ਨੂੰ ਕੀ ਜਵਾਬ ਦਿਆਂਗਾ? ਹੋ ਮੁਰ ਪਰ ਧਰ ਹੈ ਖੋਰ ਨਾ ਜਾਣੈ ਭਿਓ ਕੋ। ਉਹ ਤਾਂ ਮੇਰੇ ਨਾਲ ਖੋਰ ਕਰਨਗੇ ਨਾ ਵੀ ਜੈ ਰਾਮ ਦੀ ਗਲਤੀ ਹੈ, ਪਰ ਉਹ ਇਹਨਾਂ ਦਾ ਭੇਦ ਨਹੀਂ ਜਾਣਦੇ। ਇੱਥੇ ਨਹੀਂ ਪੇ ਵੇਖਦੇ ਵੀ ਇਹ ਕੀ ਪੇ ਕਰਦੇ ਨੇ। ਉਹਨਾਂ ਨੇ ਤਾਂ ਉਲਟਾ ਮੇਰੇ ਤੇ ਖੋਰ ਧਰਨੀ ਹੈ, ਮੇਰੇ ਨਾਲ ਉਹਨਾਂ ਨੇ ਵੈਰ ਕਮਾਉਣਾ ਤੇ ਕਹਿਣਾ ਜੈ ਰਾਮ ਦੀਆਂ ਗਲਤੀਆਂ ਨੇ। ਲੱਜਤ ਚੀਤ ਨਿਕੇਤ ਬਰਿਓ ਦੁਰ ਬੈਸਿਓ। ਏਦਾਂ ਸੋਚਦਿਆਂ ਲੱਜਤ ਹੋ ਕੇ, ਸ਼ਰਮਸਾਰ ਹੋ ਕੇ, ਨੇਤਰ ਨੀਵੇਂ ਜੇ ਕਰਕੇ ਜੈ ਰਾਮ ਜੀ ਆਪਣੇ ਘਰ ਵੜ ਗਏ। ਗਰੀਬ ਨੀਵ ਕਰ ਮਸਤ ਸੋਚ ਤਨ ਜੈਸਿਓ। ਇਹ ਨਹੀਂ ਗਏ ਮਸੀਤ ਵੱਲ, ਇਹ ਮਸੀਤ ਵੱਲ ਜਾਣ ਦੀ ਬਜਾਏ ਘਰ ਚਲੇ ਗਏ ਤੇ ਨੇਤਰ ਨੀਵੇਂ ਨੇ ਤੇ ਨੀਵੇਂ ਕਰਕੇ ਨੇਤਰ ਘਰ ਬਹਿ ਗਏ।
ਧਰਨ ਖਨਿਤ ਚਖ ਨੀਰ ਭਰੇ ਪਰ ਆਵਈ। ਕਹਿੰਦੇ ਪੈਰ ਦੇ ਅੰਗੂਠੇ ਨਾਲ ਜ਼ਮੀਨ ਖੋਤਰੀ ਜਾਂਦੇ ਨੇ, ਅੱਖਾਂ ਨੀਵੀਆਂ ਨੇ ਤੇ ਅੱਖਾਂ ਵਿੱਚੋਂ ਨੀਰ ਵਹਿ ਰਿਹਾ ਹੈ। ਭਾਈਏ ਜੈ ਰਾਮ ਦੀਆਂ ਅੱਖਾਂ 'ਚੋਂ ਹੰਝੂ ਵਹਿ ਰਹੇ ਨੇ, ਕੀ ਹੋ ਰਿਹਾ ਸਮਝ ਹੀ ਨਹੀਂ ਪੈਂਦੀ। ਪਿਛਲੇ ਕੁਝ ਦਿਨਾਂ ਤੋਂ ਕਦੇ ਮੋਦੀ ਖਾਨੇ ਦੇ ਵਿੱਚ ਆ ਕੇ ਮੋਦੀ ਖਾਨਾ ਲੁਟਾਉ ਦਿੰਦੇ, ਪਹਿਲਾਂ ਵੇਈ 'ਚ 3 ਦਿਨ ਨਹੀਂ ਲੱਭੇ, ਆ ਕੇ ਸ਼ਮਸ਼ਾਨ ਭੂਮੀ 'ਚ ਬੈਠੇ ਨੇ। ਉਹ ਏਦਾਂ ਭਾਈਆ ਜੈ ਰਾਮ, ਲੋਕ ਗੱਲਾਂ ਬੜੀਆਂ ਕਰਦੇ ਸੀ ਆਲੇ ਦੁਆਲੇ। ਜੈ ਰਾਮ ਜੀ ਦੇ ਨੇਤਰ ਭਰੇ ਹੋਏ, ਨੇਤਰਾਂ ਵਿੱਚੋਂ ਨੀਰ ਵਹਿ ਰਿਹਾ, ਪੈਰ ਨਾਲ ਅੰਗੂਠੇ ਨਾਲ ਜ਼ਮੀਨ ਖੋਤਰੀ ਜਾਂਦੇ ਨੇ। ਬੜੀ ਡਾਢੀ ਚਿੰਤਾ ਹੈ। ਹੋ ਕਰੁਣਾ ਮੂਰਤ ਧਰੀ ਮਨੋ ਪਛੁਤਾਵਈ। ਕਹਿੰਦੇ ਕਰੁਣਾ ਨੇ ਮੂਰਤ ਧਾਰਨ ਕਰ ਲਈ ਭਾਈਏ ਜੈ ਰਾਮ ਦੇ ਰੂਪ ਵਿੱਚ। ਕਰੁਣਾ ਹੀ ਹੈ ਇਹ ਮਾਨੋ। ਔਰ ਬਹੁਤ ਜ਼ਿਆਦਾ ਚਿੰਤਤ ਹੋ ਕੇ ਜੈ ਰਾਮ ਜੀ ਬੈਠੇ, ਮਨ ਮੁਰਝਾਇਆ ਹੋਇਆ ਹੈ। ਲਖਿਓ ਨਾਨਕੀ ਤਿਸੈ ਤੁਲਡ ਮੁਰਝਾਇਆ। ਬੇਬੇ ਨਾਨਕੀ ਨੇ ਵੇਖਿਆ ਪਤੀ ਦੇਵ ਜੀ ਆਇਓ, ਜਲ ਦਾ ਗਲਾਸ ਲਿਆਏ ਹੱਥ 'ਚ ਫੜ ਕੇ। ਵੇਖਿਆ ਵੀ ਪਤੀ ਦੇਵ ਦਾ ਚਿਹਰਾ ਮੁਰਝਾਇਆ ਹੋਇਆ। ਤੁੰਡ ਕਹਿੰਦੇ ਨੇ ਮੂੰਹ ਨੂੰ, ਚਿਹਰਾ ਮੁਖ ਉਹ ਭਾਈਏ ਜੈ ਰਾਮ ਦਾ ਮੁਰਝਾਇਆ ਹੋਇਆ ਹੈ। ਜਲ ਬਿਨ ਤੋਰੀ ਨਾਲ ਕਮਲ ਕੁਮਲਾਇਆ। ਜਿਵੇਂ ਪਾਣੀ ਤੋਂ ਬਿਨਾਂ ਕਮਲ ਦੇ ਫੁੱਲ ਦੀ ਥੱਲਿਓਂ ਨਾਲ ਨਹੀਂ ਟੁੱਟ ਜਾਂਦੀ ਤੇ ਉੱਤੋਂ ਕਮਲ ਦਾ ਫੁੱਲ ਸੁੱਕ ਜਾਂਦਾ ਹੈ, ਮੁਰਝਾ ਜਾਂਦਾ ਹੈ, ਏਦਾਂ ਜੈ ਰਾਮ ਜੀ ਦਾ ਚਿਹਰਾ ਮੁਰਝਾਇਆ ਵੇਖਿਆ ਬੇਬੇ ਨਾਨਕੀ ਨੇ। ਚਿਤ ਚੱਕਰ ਤੇ ਅਤ ਚਿੰਤ ਕਹੋ ਕਸ ਭੀ ਤੁਮੇ। ਵੇਖ ਕੇ ਨਾ ਬੇਬੇ ਨਾਨਕੀ ਜੀ ਬੋਲੇ ਪਤੀ ਦੇਵ ਜੀ ਆ ਲੋ ਜਲ ਛਕੋ। ਕੀ ਗੱਲ ਹੈ? ਚਿੱਤ ਵਿੱਚ ਬੜੇ ਚੱਕਰ ਤੇ ਚਿੰਤਾ ਤੁਰ ਹੋ, ਚਿਹਰੇ ਦੇ ਉੱਤੇ ਬਹੁਤ ਜ਼ਿਆਦਾ ਡਾਢਾ ਫਿਕਰ ਹੈ ਤੁਹਾਡੇ, ਨੇਤਰ ਤੁਹਾਡੇ ਭਰੇ ਹੋਏ ਨੇ। ਚਿੰਤਾ ਵਿੱਚ ਆ ਕੇ ਪੈਰ ਦੇ ਅੰਗੂਠੇ ਨਾਲ ਜ਼ਮੀਨ ਤੁਸੀਂ ਖੋਤਰੀ ਜਾਂਦੇ ਹੋ, ਗੱਲ ਕੀ ਹੈ? ਏਦਾਂ ਬੇਬੇ ਨਾਨਕੀ ਨੇ ਪੁੱਛਿਆ। ਹੋ ਸ਼ੋਕ ਸਿੰਧ ਮਹਿ ਮਗਨ ਬਤਾਵੋ ਨਿਜ ਗਮੈ। ਕਿਉਂ ਜਾਪਦਾ ਜਿਵੇਂ ਸ਼ੋਕ ਦੇ ਸਮੁੰਦਰ 'ਚ ਤੁਸੀਂ ਡੁੱਬ ਰਹੇ ਹੋ? ਦੱਸੋ ਤੁਹਾਨੂੰ ਕੀ ਗਮ ਹੈ ਪਤੀ ਦੇਵ ਜੀ? ਤੁਹਾਡੇ ਮਨ ਵਿੱਚ ਕਾਹਦਾ ਦੁੱਖ ਹੈ? ਉਚਰੇ ਬਚਨ ਜਰਾਮ ਅਕੀਰਤ ਜੈ ਤਹਾਂ। ਇਹ ਆਰਿਆ ਪੁੱਤਰ ਜੀ ਦੱਸੋ ਤੁਸੀਂ, ਆਰਿਆ ਪੁੱਤਰ ਯਾਨੀ ਕਿ ਸ੍ਰੇਸ਼ਟ ਦੇ ਪੁੱਤਰ, ਯਾਨੀ ਕਿ ਪਤੀ ਦੇਵ ਨੂੰ ਸੰਬੋਧਨ ਕਰਕੇ ਕਹਿ ਰਹੇ, ਦੱਸੋ। ਇਹ ਸੁਣਦਿਆਂ ਭਾਈਆ ਜੈ ਰਾਮ ਜੀ ਬੋਲੇ। ਧਰਮ ਰੀਤ ਵਿਪਰੀਤ ਚਿੰਤ ਚਿਤ ਮੋਹਿ ਮਹਾ। ਆਖਿਆ ਨਾਨਕੀ ਕੀ ਦੱਸਾਂ, ਧਰਮ ਦੀ ਰੀਤ ਤੋਂ ਵਿਪਰੀਤ ਕੰਮ ਹੋ ਰਿਹਾ, ਉਲਟ ਹੋ ਰਿਹਾ। ਜੋ ਧਰਮ ਦੀ ਰੀਤ ਹੁੰਦੀ ਹੈ ਉਹਦੇ ਤੋਂ ਉਲਟ ਹੋ ਰਿਹਾ, ਇਸ ਗੱਲ ਦੀ ਚਿੰਤਾ ਹੈ। ਭਰਾਤ ਤੁਮਾਰੋ ਗਇਓ ਸੰਗ ਨਿਰਪਖਾਨ ਕੇ। ਅੱਜ ਤੁਹਾਡੇ ਵੀਰ ਨੇ ਇੱਕ ਨਵਾਂ ਕੰਮ ਕੀਤਾ, ਨਵਾਬ ਦੌਲਤ ਖਾਨ ਦੇ ਨਾਲ ਗਏ ਨੇ ਮਸੀਤੇ, ਮਸਜਿਦ ਵਿੱਚ ਗਏ ਨੇ ਉਹਨਾਂ ਦੇ ਨਾਲ। ਹੋ ਕਰ ਹੈ ਆਜ ਨਿਵਾਜ ਮਸੀਤ ਪਿਆਨ ਕੇ। ਮਸੀਤ 'ਚ ਜਾ ਕੇ ਉਹਨਾਂ ਨੇ ਅੱਜ ਨਮਾਜ਼ ਪੜ੍ਹਨੀ ਹੈ ਜੁਮੇ ਦੀ। ਇਹ ਕੰਮ ਉਲਟ ਹੋ ਰਿਹਾ, ਧਰਮ ਦੇ ਵਿਪਰੀਤ ਹੋ ਰਿਹਾ। ਚਤੁਰ ਵਰਨ ਮਹਿ ਰੋਰ ਤੁਰਕ ਤਹ ਹੋਏ ਹੈ। ਚਾਰਾਂ ਵਰਨਾਂ 'ਚ ਰੌਲਾ ਪਿਆ, ਲੋਕ ਕਹਿੰਦੇ ਆ ਨਾਨਕ ਜੀ ਨੇ ਮੁਸਲਮਾਨ ਬਣ ਜਾਣਾ ਅੱਜ ਨਮਾਜ਼ ਪੜ੍ਹ ਕੇ। ਏਦਾਂ ਲੋਕ ਗੱਲਾਂ ਪੇ ਕਰਦੇ ਨੇ, ਰੌਲਾ ਪਿਆ ਹੋਇਆ ਨਗਰ ਵਿੱਚ। ਉਹ ਕਹਿੰਦੇ ਜਦੋਂ ਇਹ ਨਮਾਜ਼ ਪੜ੍ਹਨਗੇ ਤੇ ਮੁਸਲਿਮ ਹੋ ਜਾਣਗੇ। ਗਇਓ ਖਾਨ ਚਲ ਆਪ ਸੰਗ ਬਹੁ ਲੋਏ ਹੈ। ਦੌਲਤ ਖਾਨ ਆਪ ਗਿਆ ਨਾਲ, ਬੜੀ ਲੁਕਾਈ ਗਈ ਆ ਮੇਲਾ ਵੇਖਣ। ਸ਼ੋਕ ਸਿੰਧ ਮੈਂ ਮਗਨ ਸੁਨਤ ਮਮ ਮਨ ਭਇਓ। ਮੈਂ ਤਾਂ ਸ਼ੋਕ ਦੇ ਸਮੁੰਦਰ 'ਚ ਡੁੱਬ ਰਿਹਾ ਨਾਨਕੀ, ਮੇਰਾ ਮਨ ਤਾਂ ਹੀ ਦੁਖੀ ਹੈ, ਤਦੇ ਮੇਰਾ ਮਨ ਵਿਆਕੁਲ ਹੋਇਆ ਤੇ ਮੈਂ ਸੋਚੀ ਜਾਨਾ, ਸਮਝ ਨਹੀਂ ਪਈ ਆਉਂਦੀ। ਹੋ ਪੋਤ ਨਾ ਪ੍ਰਾਪਤ ਮੋਹੇ ਜਤਨ ਬਹੁ ਬਿਦ ਠਇਓ। ਮੈਨੂੰ ਕੋਈ ਕਿਨਾਰਾ ਜਾਂ ਕੋਈ ਜਹਾਜ਼ ਨਹੀਂ ਪਿਆ ਲੱਭਦਾ ਜਿਹਦੇ ਨਾਲ ਮੇਰੇ ਮਨ ਨੂੰ ਆਸਰਾ ਮਿਲ ਸਕੇ, ਮੇਰੇ ਚਿੰਤਾ ਵਿੱਚ ਰੁੜੇ ਜਾਂਦੇ ਡੁੱਬਦੇ ਜਾਂਦੇ ਮਨ ਨੂੰ ਟੇਕ ਮਿਲ ਸਕੇ। ਭਨਤ ਨਾਨਕੀ ਬਚਨ ਨਾ ਚਿੰਤਾ ਕੀਜੀਏ। ਬੇਬੇ ਨਾਨਕੀ ਜੀ ਬੋਲੇ, ਆਖਿਆ ਪਤੀ ਦੇਵ ਜੀ ਤੁਸੀਂ ਚਿੰਤਾ ਨਾ ਕਰੋ, ਤੁਸੀਂ ਫਿਕਰ ਨਾ ਕਰੋ। ਭਰਮ ਨਾ ਭੁੱਲੋ ਭੇਵ ਭਲੇ ਲਖ ਲੀਜੀਏ। ਤੁਸੀਂ ਭਰਮ 'ਚ ਨਾ ਪਵੋ, ਭੁਲੇਖੇ 'ਚ ਨਾ ਪਵੋ, ਗੁਰੂ ਸਾਹਿਬ ਦੇ ਭੇਦ ਨੂੰ ਜਾਣੋ। ਭਰਾਤ ਹਮਾਰੋ ਭਇਓ ਭੇਸ ਨਰ ਭਗਤ ਕੋ। ਮੇਰਾ ਭਰਾ ਪਰਮੇਸ਼ਰ ਦਾ ਅਕਾਲ ਪੁਰਖ ਦਾ ਰੂਪ ਹੈ,
ਉਹ ਆਪ ਭਗਤੀ ਰੂਪ ਹੋ ਕੇ ਸੰਸਾਰ ਵਿੱਚ ਆਏ ਹਨ। ਹੋ ਤ੍ਰੈ ਲੋਕਨ ਕੋ ਕੰਤ ਰਚਿਓ ਜਿਨ ਜਗਤ ਕੋ। ਤੁਸੀਂ ਜਾਣਦੇ ਹੋ ਕੌਣ ਨੇ? ਬੇਬੇ ਨਾਨਕੀ ਕਹਿੰਦੀ ਹੈ, ਜਾਣਦੇ ਹੋ ਕੌਣ ਨੇ? ਮੇਰੀ ਨਿਗਾਹ ਨਾਲ ਵੇਖੋ, ਉਹ ਨੇ ਜਿਨ੍ਹਾਂ ਨੇ ਤਿੰਨੇ ਲੋਕ ਆਪਣੇ ਇੱਕੋ ਬਚਨ ਨਾਲ ਰਚ ਦਿੱਤੇ ਹਨ। ਉਹ ਨੇ ਉਹ ਜਿਨ੍ਹਾਂ ਨੇ ਤਿੰਨੇ ਲੋਕ ਰਚ ਦਿੱਤੇ ਹਨ। ਪੰਨਗ ਦਾਨਵ ਅਮਰ ਬਰਨਨ ਕਿੰਨਰ ਧਰਾ। ਜਿੰਨੇ ਪੰਨਗ, ਨਾਗ, ਦਾਨਵ, ਫਨਿੰਦ, ਨਿਸਾਚਰ ਜਿੰਨੇ ਵੀ ਹਨ। ਮਾਰ ਤੰਡ ਜਮ ਇੰਦਰ ਹਰ ਜਗ ਕਰਾ। ਸੂਰਜ ਦੇਵ, ਚੰਦਰਮਾ, ਜਮਰਾਜ ਜਿੰਨੇ ਵੀ ਇਹ ਦੇਵਤੇ ਕਹੇ ਹਨ। ਪੌਣ ਬੰਨ ਦਿਗਪਾਲ ਰਜਾਏ ਨ ਫੇਰਈ। ਪਵਨ ਦੇਵ, ਅਗਨ ਦੇਵ ਇਹ ਜਿੰਨੇ ਵੀ ਨੇ ਇਹ ਮੇਰੇ ਸਤਿਗੁਰੂ ਜੀ ਦੀ ਆਗਿਆ ਨਹੀਂ ਮੋੜਦੇ, ਸਭ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਹੁਕਮ 'ਚ ਚੱਲਦੇ ਆ। ਸਤਿ ਸ੍ਰੀ ਅਕਾਲ। ਰਜਾਏ ਨਾ ਫੇਰਈ, ਇਹ ਮਹਾਰਾਜ ਜੀ ਦੀ ਰਜਾ ਨਹੀਂ ਫੇਰਦੇ, ਇਹ ਗੁਰਦੇਵ ਦੇ ਹੁਕਮ ਨੂੰ ਨਹੀਂ ਮੋੜਦੇ, ਹੁਕਮ 'ਚ ਚੱਲਦੇ ਹਨ। ਹੋ ਨਰ ਬਪੁਰਾ ਹੈ ਕੌਣ ਬੰਕ ਦ੍ਰਿਗ ਹੇਰਈ। ਜੇ ਇਹ ਸਾਰੀਆਂ ਸ਼ਕਤੀਆਂ ਉਹਨਾਂ ਦੇ ਅਧੀਨ ਨੇ ਤੇ ਵਿਚਾਰੇ ਨਰ ਦੀ ਕੀ ਤਾਕਤ ਕਿਸੇ ਸਧਾਰਨ ਬੰਦੇ ਦੀ ਕਿ ਮੇਰੇ ਵੀਰ ਗੁਰੂ ਨਾਨਕ ਸਾਹਿਬ ਵੱਲ ਕੋਈ ਟੇਢੀ ਭੌਂ ਕਰਕੇ ਵੀ ਵੇਖ ਸਕੇ। ਕਿਹਦੇ 'ਚ ਇੰਨੀ, ਕਿਸੇ ਸਧਾਰਨ ਨਰ ਵਿੱਚ ਇੰਨੀ ਤਾਕਤ ਹੈ? ਤਿਸ ਕੀ ਚਿੰਤਾ ਚੀਤ ਰਤੀਕ ਨ ਕੀਜਈ। ਇਹ ਮੇਰੇ ਸਿਰ ਦੇ ਸਾਈਂ ਜੀ, ਤੁਸੀਂ ਗੁਰੂ ਨਾਨਕ ਸਾਹਿਬ ਦੇ ਬਾਬਤ ਰੱਤੀ ਜਿੰਨੀ ਵੀ ਚਿੰਤਾ ਆਪਣੇ ਮਨ 'ਚ ਨਾ ਕਰੋ। ਰੱਤੀ ਜਿੰਨੀ ਵੀ, ਰਤੀਕ ਦਾ ਮਤਲਬ ਰੱਤੀ ਕੁ ਵੀ ਚਿੰਤਾ ਉਹਨਾਂ ਦੀ ਨਾ ਕਰੋ। ਲੱਜਤ ਤਿਨ ਕੋ ਕਰ ਹੈ ਸੋ ਆਏ ਲਖੀ ਜੀਏ। ਉਹ ਮਸੀਤ 'ਚ ਗਏ ਨੇ ਨਾ, ਤੇ ਉੱਥੇ ਜਾਣ ਦਾ ਵੀ ਪ੍ਰਯੋਜਨ ਹੈ। ਉਹਨਾਂ ਨੂੰ ਸ਼ਰਮਿੰਦਾ ਕਰਨਗੇ ਦੌਲਤ ਖਾਨ ਤੇ ਮੌਲਵੀਆਂ ਕਾਜ਼ੀਆਂ ਨੂੰ, ਉਹਨਾਂ ਨੂੰ ਲੱਜਤ ਕਰਕੇ। ਬਸ ਹੁਣੇ ਖਬਰ ਆ ਜਾਣੀ ਹੈ, ਉਹ ਆ ਜਾਣਗੇ, ਉਹਨਾਂ ਨੂੰ ਲੱਜਤ ਕਰਕੇ ਸ਼ਰਮਿੰਦਾ ਕਰਕੇ ਆਉਣਗੇ। ਤੁਮ ਹੋਵੇ ਸੰਗ ਆਨੰਦ ਰਸੋਈ ਖਾਈਏ। ਤੁਸੀਂ ਆਨੰਦ ਸਹਿਤ ਹੋਵੋ ਤੇ ਆ ਮੈਂ ਪ੍ਰਸ਼ਾਦਾ ਕਰਨ ਲੱਗੀ ਆ ਤਿਆਰ, ਤੁਸੀਂ ਗੱਫਾ ਲਾਓ, ਤੁਸੀਂ ਬਹਿ ਕੇ ਆਰਾਮ ਨਾਲ ਪ੍ਰਸ਼ਾਦਾ ਛਕੋ ਸ਼ਾਂਤੀ ਨਾਲ। ਉੱਥੇ ਨਹੀਂ ਜੇ ਕੁਝ ਹੁੰਦਾ। ਉਹ ਮੇਰੇ ਵੀਰ ਨੇ, ਉਹਨਾਂ ਨੇ ਜਾ ਕੇ ਉਹਨਾਂ ਨੂੰ ਉੱਥੇ ਸ਼ਰਮਿੰਦਾ ਕਰਨਾ ਮਲੇਛਾਂ ਨੂੰ। ਜਿਹੜੇ ਮਹਾਰਾਜ ਜੀ ਦਾ ਧਰਮ ਬਦਲਣ ਦੀ ਇੱਛਾ ਨੀਅਤ ਰੱਖਦੇ ਆ ਨਾ, ਉਹਨਾਂ ਨੂੰ ਸ਼ਰਮਿੰਦਾ ਕਰਕੇ ਆਉਣਾ ਉਹਨਾਂ ਨੇ। ਹੋ ਨਹੀਂ ਹਿਰਦੈ ਪ੍ਰਤੀਤ ਤਾ ਬਿਪਰ ਪਠਾਈਏ। ਆ ਮੈਂ ਪ੍ਰਸ਼ਾਦਾ ਪਕਾਉਣ ਲੱਗੀ ਆ, ਥਾਲ 'ਚ ਪਾਉਣੀ, ਤੁਸੀਂ ਛਕੋ ਆਰਾਮ ਨਾਲ ਠੰਡੇ ਪ੍ਰਸ਼ਾਦੇ, ਆਨੰਦ ਨਾਲ ਫੁਲਕਾ ਛਕੋ। ਤੇ ਜੇ ਨਹੀਂ ਮੇਰੀ ਗੱਲ ਤੇ ਯਕੀਨ ਤੇ ਏਦਾਂ ਕਰੋ, ਆਪਣਾ ਕੋਈ ਸੇਵਕ ਭੇਜ ਦਿਓ, ਵੇਖ ਕੇ ਆ ਜਾਂਦਾ ਉੱਥੇ। ਉਹ ਵੇਖੇਗਾ, ਵੇਖ ਕੇ ਆ ਕੇ ਤੁਹਾਨੂੰ ਦੱਸ ਦੇਗਾ। ਭੇਜਿਓ ਨਿੱਦਾ ਦੂਤ ਮਸੀਤਹਿ ਦਿਸ਼ ਗਇਓ। ਭਾਈਏ ਜੈ ਰਾਮ ਨੇ ਆਖਿਆ, ਭਗਵਾਨ ਨੇ ਤੇਰਾ ਨਿਸ਼ਚਾ ਬੜਾ ਪੱਕਾ ਹੈ, ਤੇਰੇ ਮਨ ਦਾ ਨਿਸ਼ਚਾ ਪੱਕਾ ਹੈ ਸੁਮਤੇ, ਪਰ ਮੇਰਾ ਮਨ ਨਹੀਂ ਪਿਆ ਠਹਿਰਦਾ। ਆਪਣੀ ਕੁੱਲ ਦਾ ਇੱਕ ਪੁਰੋਹਿਤ ਸੀ, ਭਾਈਏ ਜੈ ਰਾਮ ਜੀ ਦੀ ਕੁੱਲ ਦਾ ਪੁਰੋਹਿਤ, ਉਹਦਾ ਨਾਂ ਸੀ ਨਿੱਧਾ ਪੁਰੋਹਿਤ। ਉਹਨੂੰ ਬੁਲਾਇਆ ਤੇ ਆਖਿਆ, ਜਾ ਵੇ ਸੱਜਣਾ, ਵੇਖ ਜਾ ਕੇ ਮਸੀਤ 'ਚ ਕੀ ਹੁੰਦਾ, ਉੱਥੇ ਕੀ ਪੇ ਕਰਦੇ ਨੇ ਗੁਰੂ ਨਾਨਕ ਸਾਹਿਬ, ਕੀ ਕਰਦਾ ਦੌਲਤ ਖਾਨ। ਆਪਣੇ ਪੁਰੋਹਿਤ ਨੂੰ ਭੇਜਿਆ ਵੇਖਣ ਲਈ। ਭੀਰ ਭੂਰ ਭਰ ਰਹੀ ਸਥਾਨ ਤਹਿ ਰਹਿਓ। ਜਦੋਂ ਮਸੀਤ ਵਿੱਚ ਗਏ ਉੱਥੇ ਤਾਂ ਪੈਰ ਧਰਨ ਨੂੰ ਥਾਂ ਨਾ ਲੱਭੇ, ਇੰਨੀ ਭੀੜ, ਇੰਨਾ ਇਕੱਠ, ਸਾਰਾ ਨਗਰ ਹੀ ਪਹੁੰਚਿਆ ਹੋਇਆ ਉੱਥੇ। ਏਕ ਏਕ ਕੋ ਲੰਘ ਧਾਏ ਤਸ ਅੰਤਰੇ। ਹੁਣ ਭੀੜ ਦੇ ਪਰਲੇ ਪਾਸੇ ਕੀ ਪਿਆ ਹੁੰਦਾ ਨਜ਼ਰ ਨਹੀਂ ਸੀ ਆਉਂਦਾ। ਨਿੱਧਾ ਪੁਰੋਹਿਤ ਉਹਨਾਂ 'ਚ ਲੰਘੀ ਜਾਂਦਾ, ਭੀੜ 'ਚੋਂ ਇੱਕ ਇੱਕ ਨੂੰ ਲੰਘ ਕੇ ਅੱਗੇ ਤੱਕ ਚਲਾ ਗਿਆ ਜਿੱਥੇ ਸਤਿਗੁਰੂ ਜੀ ਨਜ਼ਰ ਆਉਂਦੇ ਨੇ। ਹੋ ਕਰੁਣਾ ਨਿਧ ਕੋ ਦੇਖ ਬਿਸੂਰੈ ਉਰ ਖਰੇ। ਤੇ ਜਾ ਕੇ ਵੇਖਿਆ ਕਿ ਸਤਿਗੁਰੂ ਜੀ ਖੜੇ ਨੇ ਮਸੀਤ ਵਿੱਚ, ਦੌਲਤ ਖਾਨ ਵੀ ਅੱਗੇ ਹੈ। ਇਹਦੇ ਮਨ ਦੇ ਵਿੱਚ ਝੋਰਾ ਲੱਗ ਗਿਆ ਨਿੱਧੇ ਪੁਰੋਹਿਤ ਦੇ। ਦੋਹਰਾ ਪਹੁੰਚਿਓ ਨਿਕਟ ਨਾ ਸ੍ਰੀ ਗੁਰੂ, ਭੀੜ ਪਈ ਭਰਪੂਰ। ਕਿਉਂਕਿ ਭੀੜ ਇੰਨੀ ਜ਼ਿਆਦਾ ਸੀ ਵੀ ਮਹਾਰਾਜ ਜੀ ਦੇ ਕੋਲ ਤੱਕ ਨਹੀਂ ਪਹੁੰਚ ਸਕਿਆ। ਨਿੱਧਾ ਪੁਰੋਹਿਤ ਦੂਰੋਂ ਵੇਖ ਰਿਹਾ, ਮਹਾਰਾਜ ਜੀ ਦੇ ਨੇੜੇ ਨਹੀਂ ਪਹੁੰਚ ਸਕਿਆ। ਕਵ ਸੰਤੋਖ ਸਿੰਘ ਧਿਆਏ ਅਬ ਪੂਰਨ ਪਾ ਸੁਖ ਮੂਰ। ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਇੱਥੇ ਅਧਿਆਏ ਪੂਰਨ ਹੁੰਦਾ ਹੈ, ਇੱਥੇ ਪ੍ਰਸੰਗ ਪੂਰਨ ਹੋ ਰਿਹਾ ਹੈ, ਤੇ ਮੈਂ ਅਧਿਆਏ ਨੂੰ ਪੂਰਨ ਕਰਕੇ
ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਪ੍ਰਣਾਮ ਕਰਦਾ। ਔਰ ਅਗਲੇ ਅਧਿਆਏ ਵਿੱਚ ਵਰਣਨ ਕਰਾਂਗਾ ਕਿ ਮਹਾਰਾਜ ਜੀ ਦੌਲਤ ਖਾਨ ਨੂੰ ਦੱਸ ਰਹੇ ਨੇ ਵੀ ਸੱਚੀ ਨਮਾਜ਼ ਕਿਹੜੀ ਹੈ। ਜਿਹੜੀ ਨਮਾਜ਼ ਤੈਂ ਪਿਆ ਪੜ੍ਹਦਾ ਇਹ ਨਮਾਜ਼ ਨਾਲੋਂ ਸੱਚੀ ਨਮਾਜ਼ ਕਿਹੜੀ ਹੈ ਉਹ ਦੱਸਣੀ ਹੈ। ਉਹ ਸੱਚੀ ਨਮਾਜ਼ ਗਰੀਬ ਨਵਾਜ਼ ਸਾਹਿਬ ਜੀ ਦੱਸਣਗੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ਼ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ, ਮਹਾਰਾਜ ਜੀ ਦੀ ਮਹਿਮਾ, ਸਤਿਗੁਰਾਂ ਦੀ ਵਡਿਆਈ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਮਿੱਤਰ ਪਿਆਰੇ ਨੂੰ ਜੀ, ਮਿੱਤਰ ਪਿਆਰੇ ਨੂੰ ਜੀ, ਮਿੱਤਰ ਪਿਆਰੇ ਨੂੰ ਜੀ, ਮਿੱਤਰ ਪਿਆਰੇ ਨੂੰ ਜੀ। ਹਾਲ ਮੁਰੀਦਾਂ ਦਾ ਕਹਿਣਾ, 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 ਹਾਲ ਮੁਰੀਦਾਂ ਦਾ ਕਹਿਣਾ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੁਰਨ ਹੈ ਸਰਬ ਮੈਂ, ਦੁਖ ਪੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ, ਹੇ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇ ਬੰਦੇ, ਗੁਰ ਪਾਰ ਉਤਾਰਨ ਹਾਰ, ਵਾਹਿਗੁਰੂ